गोबिंद गोपाल गुर गुरपूरन नारायण है। गुरदयाल समरथ गुर गुरु नानक पतत उदाहरण है। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਆਪ ਸੰਗਤ ਨੂੰ ਗੁਰੂ ਕੇ ਵਜ਼ੀਰ ਸਾਹਿਬ ਨੇ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਸਾਹਿਬ ਸਭ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਇਹ ਬਾਣੀ ਦੇ ਵਿੱਚ 1401 ਅੰਗ ਉੱਪਰ ਇਹ ਸਵਈਆ ਦਰਜ ਹੈ। ਭੱਟ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਕਰਦੇ ਹੋਏ ਗਾਇੰਦ ਜੀ ਇੱਥੇ ਫੁਰਮਾਨ ਕਰਦੇ ਨੇ, ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਰੁਤਬਾ ਦੁਨੀਆ ਦੇ ਵਿੱਚ ਸਭ ਤੋਂ ਬੁਲੰਦ ਹੈ। ਬੜੇ ਮਹਾਂਪੁਰਸ਼ ਦੁਨੀਆ ਤੇ ਪ੍ਰਗਟ ਹੁੰਦੇ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ। ਬੜੇ ਰਹਿਬਰ ਪੈਗੰਬਰ ਅਵਤਾਰ ਦੁਨੀਆ ਤੇ ਆਉਂਦੇ ਨੇ, ਪਰ ਤੁਹਾਡਾ ਮਰਾਤਬਾ ਅਕਾਲ ਪੁਰਖ ਦੇ ਸਰਗੁਣ ਸਰੂਪ ਹੋਣ ਦੇ ਕਾਰਨ ਸਭ ਤੋਂ ਉੱਚਾ ਹੈ। ਸ੍ਰੀ ਲਫ਼ਜ਼ ਵਰਤਿਆ ਹੈ, ਸ਼੍ਰੋਮਣੀ ਨੂੰ ਕਹਿੰਦੇ ਨੇ, ਸ਼੍ਰੀ ਲਕਸ਼ਮੀ ਨੂੰ ਵੀ ਕਹਿੰਦੇ ਨੇ, ਸ਼ੋਭਾ ਨੂੰ ਵੀ ਕਹਿੰਦੇ ਨੇ, ਮਾਇਆ ਨੂੰ ਵੀ ਕਹਿੰਦੇ ਨੇ। ਹੁਣ ਸ਼੍ਰੀ ਦੇ ਨਾਲ ਹੀ ਗੁਰੂ ਲਫ਼ਜ਼ ਹੈ। ਮਾਇਆ ਜੜ ਹੈ, ਗੁਰੂ ਗਿਆਨ ਬਖਸ਼ਣ ਵਾਲਾ, ਅਗਿਆਨ ਨੂੰ ਖਹਿ ਕਰਨ ਵਾਲਾ ਚੇਤੰਨ ਹੈ, ਪ੍ਰਕਾਸ਼ ਸਰੂਪ ਹੈ, ਪਰਮੇਸ਼ਵਰ ਹੈ। ਸਵੈ ਗੁਰੂ ਰਾਮਦਾਸ ਤੁਹਾਡਾ ਰੁਤਬਾ ਦੁਨੀਆ 'ਚ ਸਭ ਤੋਂ ਉੱਚਾ ਹੈ। ਤੁਸੀਂ ਸਭ ਤੋਂ ਸ਼੍ਰੋਮਣੀ ਹੋ, ਬੁਲੰਦ ਹਸਤੀ ਹੈ ਤੁਹਾਡੀ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੀ ਅਗੰਮੀ ਹਸਤੀ ਨੂੰ ਬਿਆਨ ਕਰਦੇ ਕਹਿੰਦੇ ਨੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹੀ ਕਿਆ ਬਖਾਨੇ ਹਾਂਕੇ ਬਲ 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 ਸਦ ਬਲਿਹਾਰ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਤੁਲ ਨੇ, ਪਰਮਾਤਮਾ ਜੋਤ ਹੈ, ਪਾਤਸ਼ਾਹ ਚੋਲਾ ਨੇ। ਸੋ ਇਸੇ ਤਰ੍ਹਾਂ ਹੀ ਭੱਟ ਗੁਰੂ ਰਾਮਦਾਸ ਜੀ ਦੇ ਰੁਤਬੇ ਨੂੰ ਬਿਆਨ ਕਰ ਰਹੇ ਨੇ। ਫਿਰ ਸਾਹਿਬ ਲਫ਼ਜ਼ ਵਰਤਿਆ ਹੈ, ਅਰਬੀ ਦਾ ਲਫ਼ਜ਼ ਹੈ। ਮਾਲਕ ਨੂੰ ਕਿਹਾ ਜਾਂਦਾ ਹੈ, ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ। ਗੁਰੂ ਰਾਮਦਾਸ ਜੀ ਬਾਣੀ ਦਾ ਫੁਰਮਾਨ ਹੈ, ਗੁਰ ਪੂਰਾ ਭੇਟਿਓ ਵਡ ਭਾਗੀ ਮਨ ਹੈ ਭਇਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਤੁਸੀਂ ਸਭ ਤੋਂ ਸ਼੍ਰੋਮਣੀ ਹੋ, ਸਭ ਦੇ ਸੁਆਮੀ ਹੋ, ਤੁਹਾਡੇ ਤੁਲ ਕੋਈ ਦੁਨੀਆ ਤੇ ਹੈ ਨਹੀਂ ਹੈ। ਹੁਣ ਕਲਯੁਗ ਵਿੱਚ ਚਾਹੇ ਗੁਰੂ ਰਾਮਦਾਸ ਅਕਾਲ ਪੁਰਖ ਦਾ ਸਰਗੁਣ ਚੋਲਾ ਨੇ, ਉੱਥੇ ਹੋਰਾਂ ਯੁੱਗਾਂ ਦੀ ਬਾਤ ਵੀ ਭੱਟ ਅੱਗੇ ਕਰਦੇ ਨੇ। ਕਰੀ ਕਿਰਪਾ ਸਤ ਜੁਗ ਜਿਨ ਧਰੂ ਪਰ, ਐ ਅਕਾਲ ਪੁਰਖ ਇਸੇ ਤਰ੍ਹਾਂ ਹੀ ਤੁਹਾਡਾ ਅੰਸ਼
ਹਰ ਯੁੱਗ ਦੇ ਵਿੱਚ ਮੌਜੂਦ ਹੈ ਔਰ ਲੋਕਾਈ ਨੂੰ ਮਹਾਂਪੁਰਸ਼ਾਂ ਦੇ ਰੂਪ ਵਿੱਚ ਤੁਸੀਂ ਉਪਦੇਸ਼ ਦੇ ਕੇ ਤਾਰਦੇ ਹੋ। ਚੌਹਾਂ ਯੁੱਗਾਂ ਦੇ ਵਿੱਚੋਂ ਜੋ ਸੱਚ ਯੁੱਗ ਸੀ, ਜਿੱਥੇ ਪ੍ਰਧਾਨਤਾ ਸੱਤ ਦੀ ਸੀ, ਸੱਚ ਬੋਲਿਆ ਜਾਂਦਾ ਸੀ, ਧਰੂ ਭਗਤ ਜੀ ਜੋ ਆਪ ਦੇ ਗੁਣ ਗਾ ਕੇ ਨਿਜਾਤ ਹਾਸਲ ਕਰ ਗਏ, ਭਗਤ ਹੋ ਨਿਬੜੇ। ਐ ਅਕਾਲ ਪੁਰਖ ਤੁਹਾਡੀ ਕਿਰਪਾ ਸੀ, ਤੁਹਾਡੇ ਭੇਜੇ ਦੁਨੀਆ ਤੇ ਮਹਾਂਪੁਰਸ਼ ਨਾਰਦ ਮੁਨੀ ਜੀ ਤੋਂ ਉਪਦੇਸ਼ ਲੈ ਕੇ ਧਰੂ ਜੀ ਤਰੇ ਸਨ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰੋ ਧੁਰ। ਅਕਾਲ ਪੁਰਖ ਹਰ ਯੁੱਗ ਵਿੱਚ ਹੈ। ਇਹ ਠੀਕ ਹੈ, ਸਮੇਂ ਦੇ ਅਕੋਰਡਿੰਗ ਉਹ ਤਾਕਤਾਂ ਦਿੰਦਾ ਹੈ ਮਹਾਂਪੁਰਸ਼ਾਂ ਨੂੰ। ਜਦੋਂ ਪਾਪ ਥੋੜ੍ਹਾ ਹੈ ਉਦੋਂ ਅਵਤਾਰਾਂ ਦੀ ਤਾਕਤ ਘਟ ਕੇ ਹੋਵੇਗੀ, ਪਾਪ ਵਧੇਗਾ ਤਾਕਤ ਉਹ ਵੱਧ ਕੇ ਦਵੇਗਾ। ਕਲਯੁੱਗ ਵਿੱਚ ਪਾਪ ਬਹੁਤਾ ਸੀ, ਉਹ ਫਿਰ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, 10 ਗੁਰੂ ਸਾਹਿਬਾਨਾਂ ਦੇ ਰੂਪ ਵਿੱਚ ਆਪ ਪ੍ਰਗਟ ਹੋਇਆ। ਸੋ ਹਰ ਯੁੱਗ ਦੇ ਵਿੱਚ ਉਹ ਮੌਜੂਦ ਹੈ, ਹਰ ਯੁੱਗ ਵਿੱਚ ਭਗਤਾਂ ਸੰਤਾਂ ਦੀ ਰੱਖਿਆ ਕਰਦਾ ਹੈ, ਹਰ ਯੁੱਗ ਵਿੱਚ ਡੁੱਬਦਿਆਂ ਨੂੰ ਤਾਰਨ ਲਈ ਉਪਦੇਸ਼ ਕਰਦਾ ਹੈ। ਔਰ ਜਦੋਂ ਕਿਰਪਾ ਦੀ ਬਾਤ ਆਉਂਦੀ ਹੈ ਨਾ, ਇਹ ਪਤਾ ਹੀ ਨਹੀਂ ਉਹਦੀ ਖੇਡ ਦਾ। 80 ਵਰ੍ਹਿਆਂ ਦੇ ਬਜ਼ੁਰਗ ਨੂੰ ਗਿਆਨ ਬਖਸ਼ ਸਕਦਾ ਹੈ, ਦੂਸਰੇ ਪੱਖ ਵਿੱਚ 5 ਵਰ੍ਹਿਆਂ ਦੇ ਧਰੂ ਬਾਲਕ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਇਹ ਸਾਰੀ ਉਹਦੀ ਖੇਡ ਹੈ। ਹੁਣ ਆਪਾਂ ਜੇ ਸਮਝੀਏ ਇਸ ਗੱਲ ਨੂੰ, ਬ੍ਰਹਮ ਦੀ ਪ੍ਰਾਪਤੀ ਦੀ ਕੋਈ ਹੱਦਬੰਦੀ ਨਹੀਂ ਹੈ ਵੀ ਇਸ ਉਮਰ ਵਿੱਚ ਹੀ ਪ੍ਰਮਾਤਮਾ ਮਿਲੇ, ਇਸ ਉਮਰ ਵਿੱਚ ਹੀ ਬ੍ਰਹਮ ਦਾ ਗਿਆਨ ਹੋਵੇ। ਇਨਸਾਨ 80-90 ਵਰ੍ਹਿਆਂ ਦੀ ਉਮਰ ਵਿੱਚ ਵੀ ਪੂਰਨ ਪੁਰਖ ਬਣ ਸਕਦਾ ਹੈ ਅਤੇ 5 ਸਾਲਾਂ ਦੇ ਬਚਪਨੇ ਵਿੱਚ ਵੀ ਪੂਰਨ ਪੁਰਸ਼ ਬਣ ਸਕਦਾ ਹੈ। ਜੇ ਨਹੀਂ ਬਖਸ਼ਿਸ਼ ਕਰਨੀ ਤੇ ਸੈਂਕੜੇ ਵਰ੍ਹੇ ਵੀ ਉਮਰ ਹੋਵੇ ਤੇਰੀ, ਫਿਰ ਵੀ ਪ੍ਰਾਪਤੀ ਨਹੀਂ ਹੋਵੇਗੀ। ਅਸੀਂ ਸਮਝ ਲੈਂਦੇ ਵੀ ਸ਼ਾਇਦ ਬਚਪਨ ਖੇਡਣ ਕੁੱਦਣ ਲਈ ਮਿਲਿਆ ਹੈ, ਪਰਮਾਤਮਾ ਦੀ ਪ੍ਰਾਪਤੀ ਦੀ ਉਮਰ ਬਜ਼ੁਰਗੀ ਹੈ। ਇੱਦਾਂ ਦਾ ਕੁਝ ਨਹੀਂ ਹੈ। ਜੇ ਇਹੀ ਗੱਲ ਹੁੰਦੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ 8ਵੇਂ ਸਰਗੁਣ ਸਰੂਪ 5 ਕੁ ਵਰ੍ਹਿਆਂ ਦੀ ਉਮਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਤਖਤ ਗੁਰੂ ਨਾਨਕ ਦੇ ਅਜ਼ਮਤਾਂ ਨਾਲ ਸ਼ਰਸਾਰ ਸਿੰਘਾਸਣ ਤੇ ਕਦੇ ਨਾ ਬਹਿੰਦੇ। ਇਸ ਗੱਲ ਦਾ ਖਿਆਲ ਰੱਖਿਓ, ਇਹ ਅਧਿਆਤਮਕ ਦੁਨੀਆ ਦੀ ਖੇਡ ਗਿਆਨ ਤੇ ਜੋਤ ਤੇ ਟਿਕੀ ਹੈ। ਦੀਵਾ ਵੱਡਾ ਛੋਟਾ ਹੋਣ ਨਾਲ ਜੋਤ ਹੋਈ ਰਹਿੰਦੀ ਹੈ। ਸਰੀਰ ਦੇ ਆਕਾਰ ਦਾ ਅਸਰ ਅਧਿਆਤਮਕ ਦੁਨੀਆ 'ਚ ਨਹੀਂ ਹੁੰਦਾ। ਸੰਸਾਰ ਵਿੱਚ ਆਪਾਂ ਕਹਿ ਦਿੰਦੇ ਜੀ ਇਹ 17 ਵਰ੍ਹਿਆਂ ਦਾ ਬਾਪੂ ਹੈ, ਇਹਨੂੰ ਪੁੱਛ ਕੇ ਕਦਮ ਪੁੱਟੋ, ਇਹਨੇ ਦੁਨੀਆ ਵੇਖੀ ਹੈ, ਇਹਨੂੰ ਐਕਸਪੀਰੀਅੰਸ ਹੈ ਜੀਵਨ ਦਾ, ਕਾਰਜ ਸਫਲਾ ਹੋਵੇਗਾ ਇਹਦੇ ਤੋਂ ਪੁੱਛ ਕੇ ਚੱਲੋਗੇ। ਤੇ ਬੁਢਾਪਾ ਇਹ ਧੌਲੇ ਸਥੂਲ ਦੁਨੀਆ ਵਿੱਚ ਕੰਮ ਆਉਂਦੇ ਨੇ। ਅਧਿਆਤਮਕ ਦੁਨੀਆ ਵਿੱਚ ਸਰੀਰ ਦੀ ਉਮਰ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਵੀ ਉਮਰ ਵੱਧ ਗਈ ਤੇ ਸਿਆਣਾ ਹੋ ਗਿਆ ਅਧਿਆਤਮਕ ਦੁਨੀਆ ਵਿੱਚ। ਭਾਈ ਨੰਦ ਲਾਲ ਕਹਿੰਦੇ ਨੇ, ਇੱਥੇ ਚੌਂਕੜੇ ਨਾਲ ਬਜ਼ੁਰਗੀ ਹੈ, ਸਿਆਣਪ ਹੈ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੀ ਕਸ਼ੀ ਸ਼ਰਮੰਦਗੀ। ਬਸ ਬਜ਼ੁਰਗੀ ਹਸਤ ਅੰਦਰ ਯਾਦ ਊ, ਯਾਦ ਊ ਕੁਨ ਯਾਦ ਊ ਕੁਨ ਯਾਦ ਊ। ਅਧਿਆਤਮਕ ਦੁਨੀਆ ਦੇ ਵਿੱਚ ਸਾਰੀ ਖੇਡ ਟਿਕੀ ਹੈ ਚੌਂਕੜੇ ਤੇ, ਅਭਿਆਸ ਤੇ, ਬੰਦਗੀ ਤੇ, ਇਬਾਦਤ ਤੇ। ਕੋਈ 5 ਵਰ੍ਹਿਆਂ ਦਾ ਵੀ ਚੌਂਕੜਾ ਲਾਵੇ ਤੇ ਪ੍ਰਮਾਤਮਾ ਪ੍ਰਾਪਤ ਹੈ, ਕੋਈ 80 ਵਰ੍ਹਿਆਂ ਦਾ ਚੌਂਕੜਾ ਲਾਵੇ ਪ੍ਰਮਾਤਮਾ ਪ੍ਰਾਪਤ ਹੈ। ਗੁਰੂ ਹਰਕ੍ਰਿਸ਼ਨ ਸਾਹਿਬ 5 ਸਾਲਾਂ ਦੀ ਉਮਰ ਵਿੱਚ ਹੀ ਕੋਮਲਤਾ ਵਿੱਚ ਸ਼ਰਸਾਰ, ਅਡੋਲ ਹਸਤੀ, ਗੁਰੂ ਹਰ ਰਾਏ ਜੀ ਦੇ ਹੁਕਮ ਵਿੱਚ ਚੱਲਣ ਵਾਲੇ ਸਨ। ਇਸੇ ਕਰਕੇ ਬਾਣੀ ਕਹਿੰਦੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। 8 ਕੁ ਵਰ੍ਹਿਆਂ ਦੀ ਉਮਰ ਦੇ ਇਰਦ ਗਿਰਦ ਚੋਲਾ ਤਿਆਗ ਦਿੱਤਾ।
ਸੋ ਇਸ ਗੱਲ ਨੂੰ ਸਮਝ ਲਿਓ, ਗੁਰੂ ਇੱਕ ਜੋਤ ਹੈ। ਸਰੀਰ ਦਾ ਜੋਤ ਤੇ ਅਸਰ ਨਹੀਂ ਹੁੰਦਾ। ਸਰੀਰ ਦਾ ਆਕਾਰ ਵੱਧ ਘੱਟ ਹੋ ਸਕਦਾ ਹੈ। ਹੁਣ ਕੀ ਆਖੋਗੇ, ਇੱਕ ਦੀਵੇ ਦਾ ਵੱਡਾ ਆਕਾਰ ਹੈ, ਇੱਕ ਦਾ ਛੋਟਾ ਹੈ, ਜੋਤ ਦਾ ਕੋਈ ਫਰਕ ਥੋੜ੍ਹੀ ਹੈ, ਜੋਤ ਹੋਈ ਹੈ। ਤਾਂ ਹੀ ਗੁਰੂ ਨੂੰ ਆਪਾਂ ਕਹਿੰਦੇ ਪ੍ਰਗਟ ਹੋ ਗਏ, ਪ੍ਰਕਾਸ਼ ਹੋਏ, ਪੈਦਾ ਨਹੀਂ ਹੋਏ, ਮੋਏ ਨਹੀਂ, ਅਲੋਪ ਹੋ ਗਏ। ਜੋਤ ਪ੍ਰਗਟ ਹੁੰਦੀ ਹੈ, ਜੋਤ ਅਲੋਪ ਹੁੰਦੀ ਹੈ, ਜੰਮਦੀ ਮਰਦੀ ਨਹੀਂ। ਖੈਰ, ਬਚਪਨ ਨੂੰ ਇਉਂ ਨਾ ਸਮਝਿਓ ਵੀ ਇਹ ਖੇਡ ਕੇ ਹੀ ਬਤੀਤ ਕਰਨਾ ਹੈ। ਇੱਥੇ ਹੋਏ ਨੇ ਮਹਾਂਪੁਰਸ਼ ਧਰੂ ਵਰਗੇ, ਪ੍ਰਹਿਲਾਦ ਵਰਗੇ, ਜਿਹੜੇ ਬ੍ਰਹਮ ਵੇਤੇ ਹੋ ਨਿਬੜੇ 5-6 ਸਾਲਾਂ ਦੀ ਉਮਰ ਵਿੱਚ, ਤੇ ਜਿਹੜੇ ਘਰ ਵਿੱਚ 5-7 ਵਰਿਆਂ ਦਾ ਕਾਕਾ ਚੌਂਕੜਾ ਲਾ ਕੇ ਕੋਈ 5-7 ਮਿੰਟ ਵਾਹਿਗੁਰੂ ਕਹਿੰਦਾ ਹੈ, ਸਮਝ ਲਿਓ ਇਹ ਕੋਈ ਧਰੂ ਬੈਠਾ ਹੈ, ਇਹ ਕੋਈ ਪ੍ਰਹਿਲਾਦ ਬੈਠਾ ਹੈ। ਇਸ ਘਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਦੀ ਕਿਰਪਾ ਵਰਤ ਰਹੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਉਹ 5-6 ਵਰਿਆਂ ਦੇ ਕਾਕੇ ਨੂੰ ਪੁੱਛ, ਨਾਮ ਉਹਦਾ ਧਰੂ ਹੈ, ਦੂਸਰੇ ਦਾ ਨਾਮ ਪ੍ਰਹਿਲਾਦ ਹੈ, ਉਹਨੂੰ ਜਾਚ ਹੈ ਇੰਨੀ ਛੋਟੀ ਅਵਸਥਾ ਵਿੱਚ ਰੱਬ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਜਿੱਥੇ ਸਤਜੁਗ ਅੰਦਰ ਧਰੂ ਨੂੰ ਤਾਰਿਆ ਹੈ। ਅੱਗੇ ਕਹਿੰਦੇ ਨੇ, ਸ੍ਰੀ ਪ੍ਰਹਿਲਾਦ ਭਗਤ ਉਧਰਿਯੰ। ਇੱਦਾਂ ਹੀ ਭਗਤਾਂ ਚੋਂ ਸ਼ਿਰੋਮਣੀ ਸ਼ੋਭਾ ਦੇ ਸਹਿਤ ਭਗਤ ਹੋਏ ਨੇ ਪ੍ਰਹਿਲਾਦ ਜੀ। ਆਪਣੇ ਪਿਆਰੇ ਭਗਤ ਨੂੰ ਹਰਨਾਕਸ਼ ਪਾਸੋਂ ਰੱਖਿਆ। ਅਕਾਲ ਪੁਰਖ ਨੇ ਸ੍ਰੀ ਵਿਸ਼ਨੂੰ ਜੀ ਨੂੰ ਹੁਕਮ ਕੀਤਾ। ਸ੍ਰੀ ਵਿਸ਼ਨੂੰ ਜੀ ਨਰਸਿੰਘ ਅਵਤਾਰ ਧਾਰ ਕੇ ਰੱਖਿਅਕ ਬਣੇ ਨੇ ਬਾਬੇ ਪ੍ਰਹਿਲਾਦ ਦੇ। ਇਹ ਸਾਰੀ ਕਿਰਪਾ ਹੈ ਗੁਰੂ ਰਾਮਦਾਸ ਤੇਰੀ ਹੈ। ਠੀਕ ਹੈ, ਅੱਜ ਤੂੰ ਸਥੂਲ ਸਰੀਰ ਵਿੱਚ ਗੁਰੂ ਰਾਮਦਾਸ ਹੈ, ਉਦੋਂ ਨਿਰਗੁਣ ਸਰੂਪ ਸੀ ਤੂੰ। ਹਰ ਯੁੱਗ ਵਿੱਚ ਤੇਰੇ ਹੀ ਕੌਤਕ ਵਰਤ ਰਹੇ ਨੇ ਦੁਨੀਆ ਤੇ। ਨਾਲੇ ਇਹ ਕੋਈ ਇੱਕ ਵਾਰ ਥੋੜ੍ਹੀ ਹੈ, ਬਾਣੀ ਕਹਿੰਦੀ ਹੈ ਪ੍ਰਹਿਲਾਦ ਉਧਾਰੇ ਅਨਕ ਬਾਰ। ਕਿੰਨੀ ਵਾਰ ਯਤਨ ਕੀਤਾ ਹੈ ਹਰਨਾਕਸ਼ ਨੇ ਪ੍ਰਹਿਲਾਦ ਨੂੰ, ਆਪਣੇ ਫਰਜ਼ੰਦ ਨੂੰ ਮਾਰਨ ਲਈ, ਵੀ ਤੂੰ ਮੇਰਾ ਨਾਮ ਨਹੀਂ ਜਪਦਾ, ਰੱਬ ਦਾ ਨਾਮ ਜਪਦਾ ਹੈ। ਹਰ ਵਾਰ ਹੀ ਪਰਮਾਤਮਾ ਰੱਖਦਾ ਹੈ। ਤੁਸੀਂ ਯਾਦ ਕਰੋ, ਹਰ ਵਿਘਨ ਚੋਂ ਤੁਹਾਨੂੰ ਕੱਢ ਲਵੇਗਾ। ਕਿਵੇਂ ਰੱਖਿਆ ਪ੍ਰਹਿਲਾਦ ਨੂੰ? ਅਗਲੀ ਪੰਕਤੀ ਵਿੱਚ ਭੱਟ ਕਹਿੰਦੇ ਨੇ, ਹਸਤ ਕਮਲ ਮਾਥੇ ਪਰ ਧਰਿਯੰ। ਪਰਮਾਤਮਾ ਆਪਣੇ ਕਿਰਪਾ ਰੂਪੀ ਹਸਤ ਨੂੰ ਸਿਰ ਤੇ ਰੱਖ ਦਿੰਦਾ ਹੈ। ਹਰ ਮੁਸੀਬਤ ਚੋਂ ਹੱਥ ਪਕੜ ਕੇ ਕੱਢ ਲੈਂਦਾ ਹੈ, ਰੱਖਿਆ ਕਰ ਲੈਂਦਾ ਹੈ। ਬਾਣੀ ਚਾਹੁੰਦਾ ਨਾ, ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ। ਆਪਣੇ ਪਿਆਰਿਆਂ ਨੂੰ ਬਾਹੋਂ ਪਕੜ ਕੇ ਮੁਸੀਬਤਾਂ ਚੋਂ, ਰੋਗਾਂ ਸੋਗਾਂ ਚੋਂ ਕੱਢਦਾ ਹੈ ਉਹ। ਇੱਦਾਂ ਪ੍ਰਹਿਲਾਦ ਨੂੰ, ਧਰੂ ਨੂੰ ਉਹਨੇ ਰੱਖਣਾ ਕੀਤਾ, ਉਧਾਰ ਕੀਤਾ ਆਪਣੇ ਪਿਆਰਿਆਂ ਭਗਤਾਂ ਦਾ। ਅੱਗੇ ਕਹਿੰਦੇ ਨੇ, ਅਲਖ ਰੂਪ ਜੀ ਲਖਿਆ ਨਾ ਜਾਈ। ਐ ਗੁਰੂ ਰਾਮਦਾਸ, ਚਾਹੇ ਤੂੰ ਸਰਗੁਣ ਸਰੂਪ ਹੈ, ਚਾਹੇ ਤੂੰ ਨਿਰਗੁਣ ਪਰਮੇਸ਼ਵਰ ਹੈ, ਤੇਰੇ ਇਹ ਦੋਵੇਂ ਜਿਹੜੇ ਰੂਪ ਨੇ ਨਾ, ਲਖੇ ਨਹੀਂ ਜਾਂਦੇ, ਅਲਖ ਨੇ। ਅਲਖ ਦਾ ਭਾਵ ਹੈ ਜੋ ਸੁਰਤੀ ਦੀ ਪਕੜ ਤੋਂ ਬਾਹਰ ਹੈ, ਜੋ ਲਖਿਆ ਨਹੀਂ ਜਾਂਦਾ, ਜਿਹਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਤੁਹਾਡੀ ਜੇ ਸੁਰਤੀ ਦੀ ਪਕੜ 'ਚ ਆ ਗਿਆ ਗੁਰੂ ਰਾਮਦਾਸ, ਤੁਸੀਂ ਤੇ ਵੱਡੇ ਹੋ ਗਏ ਤੇ ਗੁਰੂ ਰਾਮਦਾਸ ਛੋਟਾ ਹੋ ਗਿਆ। ਜੇ ਸਾਗਰ ਕੁੱਜੇ 'ਚ ਸਮਾ ਗਿਆ, ਇਹਦਾ ਮਤਲਬ ਵੀ ਕੁੱਜਾ ਹੋ ਗਿਆ ਵੱਡਾ, ਤੇ ਸਾਗਰ ਦੇ ਪੱਲੇ ਕੀ ਰਿਹਾ। ਸੋ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਬਾਣੀ ਦੇ ਅਰਥ ਕਰੋ, ਇਤਿਹਾਸ ਪੜ੍ਹੋ ਗੁਰਾਂ ਦਾ, ਨਾ ਸਮਝ ਆਵੇ ਨਾ ਤੇ ਖੰਡਨ ਕਰਨ ਨਾ ਤੁਰਿਆ ਕਰੋ। ਬੇਨਤੀ ਕਰਿਆ ਕਰੋ, ਜੀ ਤੁਹਾਡੇ ਕੌਤਕ ਏਡੇ ਬੁਲੰਦ ਨੇ, ਮੇਰੀ ਸੁਰਤੀ ਦੀ ਪਕੜ ਛੋਟੀ ਹੈ, ਕਿਰਪਾ ਕਰਕੇ ਅਰਥ ਸੁਰਤੀ 'ਚ ਟਿਕਾ ਦਿਓ। ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਵੀ ਸਾਰੇ ਅਰਥ ਟਿਕਣਗੇ ਨਹੀਂ,
ਕਿਉਂਕਿ ਜੇ ਤੁਹਾਨੂੰ ਸਾਰੇ ਅਰਥ ਆ ਗਏ ਬਾਣੀ ਦੇ, ਸਾਰੀ ਲੀਲਾ ਗੁਰੂ ਹਰਿਕ੍ਰਿਸ਼ਨ ਦੀ ਤੁਹਾਡੀ ਸਮਝ 'ਚ ਆ ਗਈ, ਤੁਸੀਂ ਤੇ ਫਿਰ ਵੱਡੇ ਹੋ ਗਏ ਗੁਰੂ ਹਰਿਕ੍ਰਿਸ਼ਨ ਨੂੰ। ਇਹ ਨਹੀਂ ਹੋਵੇਗਾ। ਸੋ ਠੀਕ ਹੈ, ਜਿੰਨਾ ਕੁ ਤੁਹਾਡਾ ਚੌਂਕੜਾ ਉਨੀ ਕੁ ਤੁਹਾਨੂੰ ਬਾਣੀ ਦੀ ਸਮਝ ਪੈਂਦੀ ਹੈ। ਸਮੁੱਚੇ ਤੌਰ 'ਤੇ ਬ੍ਰਹਮ ਗਿਆਨੀਆਂ ਨੂੰ ਵੀ ਬ੍ਰਹਮ ਦੀ ਸਮਝ ਨਹੀਂ ਹੈ। ਬਾਬਾ ਬੁੱਢਾ ਜੀ ਵੀ ਸਮੁੱਚੀ ਗੁਰੂ ਨਾਨਕ ਦੀ ਅਜ਼ਮਤ ਨਹੀਂ ਜਾਣਦੇ। ਜੇ ਜਾਣ ਲੈਂਦੇ ਫਿਰ ਤੇ ਗੁਰੂ ਨਾਨਕ ਨੂੰ ਵੱਡੇ ਹੋ ਗਏ, ਪਰ ਉਹਨਾਂ ਛੋਟੇ ਹੀ ਰਹਿਣਾ ਹੈ। ਮਹਾਂਪੁਰਸ਼ਾਂ ਬ੍ਰਹਮ ਵੇਤਿਆਂ ਸਭ ਤੋਂ ਉੱਚਾ ਰੁਤਬਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਖੈਰ, ਗੁਰੂ ਰਾਮਦਾਸ ਦਾ ਨਿਰਗੁਣ ਸਰੂਪ ਅਲੱਖ ਹੈ, ਜੋ ਦਿਖਦਾ ਨਹੀਂ ਹੈ, ਜੋ ਜੋਤ ਹੈ। ਬੜੇ ਸਾਇੰਸਦਾਨ, ਮੈਡੀਕਲ ਸਾਇੰਸ ਜ਼ੋਰ ਲਾਉਂਦੀ ਹੈ ਜੋਤ ਕਿੱਥੇ ਜਾਂਦੀ ਹੈ, ਬੜੇ ਐਕਸਪੈਰੀਮੈਂਟ ਹੁੰਦੇ ਨੇ। ਇਹ ਜੋਤ ਲੱਖੀ ਨਹੀਂ ਜਾ ਸਕਦੀ। ਜਦੋਂ ਹਿੰਦੀ ਦੇ ਵਿੱਚ ਤੁਸੀਂ ਅਲੱਖਯ ਦਾ ਅਰਥ ਕਰਦੇ ਹੋ ਤੇ ਸਾਫ਼ ਅਰਥ ਹੈ ਜੋ ਦਿਖਾਈ ਨਾ ਦੇਵੇ, ਅਗੋਚਰ ਹੈ, ਇਨਵਿਜ਼ੀਬਲ ਹੈ, ਅੱਖਾਂ ਦਾ ਵਿਸ਼ਾ ਨਹੀਂ ਹੈ। ਖੈਰ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ। ਹੁਣ ਮੁਸ਼ਕਿਲ ਉਹ ਹੈ, ਜੋ ਅੱਖਾਂ ਦਾ ਵਿਸ਼ਾ ਨਹੀਂ ਉਹ ਰੱਬ ਦਿਖੇ ਕਿਵੇਂ? ਕਹਿੰਦੇ ਗੁਰੂ ਦੀ ਕਿਰਪਾ ਹੋਵੇ ਤੇ ਉਹ ਅਗੋਚਰ ਪਰਮਾਤਮਾ ਦਿਖ ਜਾਂਦਾ ਹੈ। ਬੜੇ ਵਿਰਲੇ ਮਹਾਤਮਾ ਜੋ ਕਦਮ ਬੋਸੀ ਕਰਦੇ ਨੇ ਗੁਰੂ ਦੇ ਦਰ 'ਤੇ, ਉਹਨਾਂ ਨੂੰ ਪਰਮੇਸ਼ਵਰ ਦਿਦਾਰੇ ਦਿੰਦਾ ਹੈ, ਉਹਨਾਂ ਨੂੰ ਨਜ਼ਰੀ ਆ ਜਾਂਦਾ ਹੈ। ਯੂ ਵਿਲ ਓਬਟੇਨ ਦਾ ਪਰਫੈਕਟ ਲਾਰਡ ਹੂ ਇਜ਼ ਅਨਨੋਏਬਲ। ਜਿਹੜਾ ਕਿਸੇ ਨੂੰ ਨਜ਼ਰੀ ਨਾ ਆਏ, ਕਿਸੇ ਦੀ ਸਮਝ 'ਚ ਨਾ ਆਏ, ਬਾਪੂ ਗੁਰੂ ਹਰਿਕ੍ਰਿਸ਼ਨ ਦਾ ਥਾਪੜਾ ਮਿਲ ਜਾਵੇ ਤੇ ਤੇਰੀ ਸਮਝ ਵਿੱਚ ਆ ਜਾਵੇਗਾ, ਤੈਨੂੰ ਦਿਦਾਰੇ ਦੇਵੇਗਾ। ਐ ਗੁਰੂ ਰਾਮਦਾਸ, ਤੇਰੀ ਖੋਜ ਲੱਭਣ ਵਾਲੇ ਬੜੇ ਬੜੇ ਸਿੱਧ ਸਾਧਕ ਚੌਂਕੜਾ ਲਾ ਕੇ ਬੈਠੇ ਨੇ, ਸਾਰੇ ਤੇਰੀ ਸ਼ਰਨ ਨੇ ਪਰ ਅੰਤ ਨਹੀਂ ਪਾ ਸਕਦੇ। ਉਹਨਾਂ ਬਾਬਤ ਭੱਟ ਬਿਆਨ ਕਰਦੇ ਨੇ, ਸਾਧਕ ਸਿੱਧ ਸਗਲ ਸਰਣਾਈ। ਇਹ ਅਕਾਲ ਪੁਰਖ ਹੈ ਗੁਰੂ ਰਾਮਦਾਸ। ਇੱਥੇ ਸਾਧਕ, ਸਾਧਨਾ ਕਰਨ ਵਾਲੇ, ਚੌਂਕੜਾ ਲਾ ਕੇ ਜਿਹੜੇ ਬੈਠੇ ਰਹਿੰਦੇ ਨੇ ਤੇਰੀ ਯਾਦ ਦੇ ਵਿੱਚ। ਹੁਣ ਚੌਂਕੜਾ ਲਾਉਣ ਦਾ ਫਲ ਕੀ ਮਿਲਿਆ? ਉਹ ਸਿੱਧ ਹੋ ਨਿਬੜੇ। ਜਿਵੇਂ ਗੋਰਖਨਾਥ ਜੀ ਨੇ, ਮਛੰਦਰ ਜੀ ਨੇ, ਇਹ ਕਰਾਮਾਤਾਂ ਦੇ ਸਿੱਧੀਆਂ ਦੇ ਮਾਲਕ ਮਹਾਤਮਾ, ਪੂਰਨ ਪੁਰਸ਼, ਜਿਨ੍ਹਾਂ ਕੋਲ ਅਜ਼ਮਤ ਹੈ, ਕਰਾਮਾਤ ਹੈ। ਇਹ ਤੇਰੀ ਸ਼ਰਨ ਨੇ, ਤੇਰੇ ਗੀਤ ਗਾ ਕੇ ਹੀ ਇਹਨਾਂ ਨੂੰ ਕਰਾਮਾਤ ਹਾਸਲ ਹੈ। ਪਰਮੇਸ਼ਵਰ ਗੁਰੂ ਰਾਮਦਾਸ ਸਾਗਰ ਨੇ, ਸਾਧੂ ਨਦੀਆਂ ਨੇ, ਤੇ ਨਦੀਆਂ ਨੂੰ ਸੱਤਾ ਸਾਗਰ ਤੋਂ ਮਿਲ ਰਹੀ ਹੈ। ਸੋ ਤੇਰੀ ਸ਼ਰਨ ਜਿਹੜਾ ਆਇਆ, ਜਿਹਨੇ ਸਾਧਨਾ ਕੀਤੀ ਤੇਰੇ ਬਖਸ਼ੇ ਨਾਮ ਦੀ, ਉਹ ਸਿੱਧ ਹੋ ਨਿਬੜਿਆ, ਉਹ ਕਰਾਮਾਤੀ ਹੋ ਨਿਬੜਿਆ। ਜਿਵੇਂ ਬਾਣੀ ਚਾਹੁੰਦਾ ਹੈ, ਸਤਿਗੁਰ ਕੀ ਸਰਣਾਈ ਭੱਜ ਪਉ ਮੇਰੇ ਮਨਾ, ਗੁਰ ਸਤਿਗੁਰ ਪੀਛੈ ਛੁੱਟੀਐ। ਕਿਉਂਕਿ ਮੁਕਤੀ ਦਾਤਾ ਕੇਵਲ ਗੁਰੂ ਹੈ, ਗੁਰੂ ਦੀ ਸ਼ਰਨ ਪੈਣਾ ਕਰ। ਹੁਣ ਤੇਰੀ ਸ਼ਰਨ ਆ ਕੇ ਆਏ ਗੁਰੂ ਰਾਮਦਾਸ, ਪਤਾ ਕੀ ਕਰਨਾ ਚਾਹੀਦਾ ਹੈ? ਅੱਗੇ ਉਹ ਭੱਟ ਦੱਸਦੇ ਨੇ, ਗੁਰ ਕੇ ਬਚਨ ਸਤ ਜੀ ਧਾਰੋ। ਗੁਰਾਂ ਦੇ ਬਚਨ ਨੂੰ ਸੱਚ ਕਰਕੇ ਹਿਰਦੇ 'ਚ ਟਿਕਾਉਣਾ ਹੈ। ਸ਼ਰਨ ਆ ਕੇ ਇਹ ਕਰਮ ਅਸੀਂ ਕਰਨਾ ਹੈ। ਗੁਰੂ ਦੇ ਬਚਨ ਨੂੰ ਮਿੱਥ ਨਹੀਂ ਸਮਝਣਾ, ਮਿਥਿਆਸ ਨਹੀਂ ਸਮਝਣਾ, ਝੂਠ ਨਹੀਂ ਸਮਝਣਾ, ਸੱਚ ਕਰਕੇ ਮੰਨਣਾ ਹੈ। ਬਚਨ ਕੀ ਹੁੰਦਾ ਹੈ? ਜੋ ਬਾਣੀ, ਜੋ ਗਲੂਏ 'ਚੋਂ ਬੋਲ ਨਿਕਲਦੇ ਨੇ। ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ, ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਜਿਹੜੇ ਬਚਨ ਗੁਰੂ ਦੇ ਕਮਾਉਂਦੇ ਨੇ, ਉਹਨਾਂ ਦੀ 84 ਗੁਰੂ ਕੱਟਦਾ ਹੈ, ਉਹਨਾਂ ਦੇ ਰੋਗ ਸੋਗ ਗੁਰੂ ਕੱਟਦਾ ਹੈ। ਜਦੋਂ ਬਚਨ ਗੁਰਾਂ ਦੇ ਅਸੀਂ ਹਿਰਦੇ ਵਿੱਚ ਟਿਕਾ ਲਏ, ਮੰਨ ਲਏ, ਉਹਨਾਂ ਦੇ ਅਕੋਰਡਿੰਗ ਜੀਵਨ ਬਤੀਤ ਕੀਤਾ, ਤੇ ਭੱਟ ਅੱਗੇ ਫਲ ਬਾਬਤ ਦੱਸਦੇ ਹੋਏ ਅਲਫਾਜ਼ ਪ੍ਰਗਟ ਕਰਦੇ ਨੇ, ਮਾਨਸ ਜਨਮ ਦੇਹ ਨਿਸਤਾਰਹੁ।
ਮਾਨਸ ਮਨੁष्य, ਮਨੂ ਦੀ ਔਲਾਦ, ਆਦਮ ਦੀ ਜਾਤ। ਕਹਿੰਦੇ ਇਹ ਮਨੁੱਖਾ ਜਨਮ ਤੇਰਾ, ਇਹ ਜਿਹੜੀ ਦੇਹੀ ਹੈ ਜੋ ਵਾਧੀ ਫੁੱਲਦੀ ਹੈ, ਇਹ ਮਿਲੀ ਸੀ ਪਰਮੇਸ਼ਵਰ ਦੀ ਪ੍ਰਾਪਤੀ ਲਈ। ਜਦੋਂ ਗੁਰੂ ਦੇ ਬਚਨ ਧਾਰ ਕੇ ਜੀਵਨ ਬਤੀਤ ਕੀਤਾ, ਕਹਿੰਦੇ ਇਹ ਸਰੀਰ ਧਾਰਿਆ ਸਫਲਾ ਹੋ ਗਿਆ, ਭਵਸਾਗਰ ਤੋਂ ਤੇਰਾ ਨਿਸਤਾਰਾ ਹੋ ਗਿਆ, ਤੂੰ ਪਾਰ ਲੰਘ ਗਿਆ। ਬਾਣੀ ਕਹਿੰਦੀ ਹੈ, ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ, ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। 84 ਲੱਖ ਜੂਨਾਂ ਵਿੱਚ ਵਿਚਰਦੇ ਹੋਏ ਅਸੀਂ ਆਏ, ਮਨੁੱਖਾ ਜਾਮਾ ਸਾਨੂੰ ਮਿਲਿਆ। ਲਫ਼ਜ਼ ਵਰਤਿਆ ਹੈ ਅਨਕ ਜੋਨ ਦੁੱਖ ਪਾਏ। ਕਈ ਲੋਕ ਕਹਿ ਦਿੰਦੇ ਇਹ ਨਰਕ ਸਵਰਗ ਇੱਥੇ ਹੀ ਹੈ, ਕੋਈ ਜੂਨ ਨਹੀਂ ਹੁੰਦੀ, ਅਖੇ ਮਨੁੱਖਾ ਜਾਮਾ ਹੀ ਹੈ। ਬਾਣੀ ਕਹਿੰਦੀ ਨਹੀਂ, ਬੜਾ ਲੰਮਾ ਪੈਂਡਾ ਹੈ, ਕਈ ਜਨਮ ਭਏ ਕੀਟ ਪਤੰਗਾ, 184 ਜੋਨ ਪਰਮਾਇਆ। ਦੇਰ ਆਰ ਮੈਨੀ ਇਨਕਰਨੇਸ਼ਨਸ, ਲੱਖਾਂ ਜੂਨਾਂ ਨੇ। ਬੜੇ ਲੰਬੇਰੇ ਪੈਂਡੇ ਤੋਂ ਬਾਅਦ ਤੂੰ ਬੰਦਾ ਬਣਿਆ। ਔਰ ਇਸ ਜਾਮੇ ਨੂੰ ਸਫਲਿਆਂ ਕਰਨ ਦਾ ਤਰੀਕਾ ਹੈ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ। ਗੁਰੂ ਦੇ ਅਕੋਰਡਿੰਗ ਚੱਲੋਗੇ, ਗੁਰੂ ਹੀ ਐਸਾ ਮੀਲ ਪੱਥਰ ਹੈ ਜਿਹੜਾ ਪਰਮਾਤਮਾ ਰੂਪੀ ਪੈਂਡਾ ਤੇਰਾ ਕੱਟ ਕੇ ਤੈਨੂੰ ਗਿਆਨ ਦੇ ਕੇ ਮੰਜ਼ਿਲੇ ਮਕਸੂਦ ਤੇ ਪਹੁੰਚਾਵੇਗਾ, ਮੁਕਤੀ ਤੈਨੂੰ ਦਿਵਾਵੇਗਾ। ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਸਾਗਰ ਨੂੰ ਪਾਰ ਕਰਨ ਦਾ ਇੱਕੋ ਹੀ ਰਸਤਾ ਹੈ, ਉਹ ਹੁੰਦਾ ਹੈ ਜਹਾਜ਼ ਤੇ ਬਹਿਣਾ, ਬੇੜੇ ਤੇ ਬਹਿਣਾ। ਸਾਗਰ ਤੈਰ ਕੇ ਨਹੀਂ ਪਾਰ ਹੁੰਦੇ। ਛੋਟੀ ਮੋਟੀ ਨਦੀ ਨਾਲਾ ਤੇ ਲੰਘ ਸਕਦੇ ਹੋ, ਸਾਗਰ ਕਿਵੇਂ ਤਰੋਗੇ? ਇਹ ਸੰਸਾਰ ਸਾਗਰ ਕੇਵਲ ਗੁਰੂ ਰੂਪੀ ਜਹਾਜ਼ ਤੇ ਬੈਠ ਕੇ ਉਹਦੀ ਬਾਣੀ ਨੂੰ ਜਪ ਕਰਕੇ ਹੀ ਪਾਰ ਲੰਘਿਆ ਜਾ ਸਕਦਾ ਹੈ, ਤਰਿਆ ਜਾ ਸਕਦਾ ਹੈ। ਅੱਗੇ ਭੱਟ ਸਾਹਿਬ ਗੁਰੂ ਦੀ ਵਡਿਆਈ ਕਰਦੇ ਹੋਏ ਦੱਸਦੇ ਨੇ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਦਾਵਾ ਕਰਦੇ ਨੇ ਭੱਟ, ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ, ਐ ਅਕਾਲ ਪੁਰਖ, ਤੇਰੇ ਕੋਲ ਨਾਮ ਰੂਪੀ ਜਹਾਜ਼ ਹੈ, ਔਰ ਨਾਮ ਰੂਪੀ ਜਹਾਜ਼ ਨੂੰ ਚਲਾਉਣ ਵਾਲਾ ਖੇਵਟ ਐ ਗੁਰੂ ਰਾਮਦਾਸ ਤੂੰ ਹੈ। ਖੇਵਟ ਮਲਾਹ ਨੂੰ ਕਹਿੰਦੇ ਨੇ। ਤੇਰੇ ਨਾਮ ਰੂਪੀ ਜਹਾਜ਼ ਤੇ ਬੈਠਣ ਤੋਂ ਬਿਨਾਂ, ਭਾਵ ਨਾਮ ਜਪੇ ਤੋਂ ਬਿਨਾਂ ਦੁਨੀਆ ਤੇ ਕੋਈ ਤਰ ਨਹੀਂ ਸਕਦਾ। ਨੋ ਵਨ ਕੈਨ ਕ੍ਰੋਸ ਓਵਰ। ਕੋਈ ਇਸ ਭਵਸਾਗਰ ਤੋਂ ਪਾਰ ਨਹੀਂ ਲੰਘ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਉਹੀ ਤਰੇਗਾ ਜਿਹੜਾ ਤੇਰਾ ਨਾਮ ਜਪੇਗਾ। ਇਹ ਸੰਸਾਰ ਸਾਗਰ ਤੋਂ ਪਾਰ ਕੇਵਲ ਗੁਰੂ ਰਾਮਦਾਸ ਤੁਸੀਂ ਕਰ ਸਕਦੇ ਹੋ। ਕਦੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਓ, ਕਹਿੰਦੇ ਬਿਖ ਬੋਹੇ ਥਾ ਲਾਦਿਆ, ਦੀਆ ਸਮੁੰਦ ਮੰਝਾਰ, ਕੰਦੀ ਦਿਸ ਨਾ ਆਵਈ, ਨਾ ਉਰਵਾਰ ਨਾ ਪਾਰ, ਬਾਬਾ ਜਗ ਫਾਥਾ ਮਹਾਜਾਲ, ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ। ਇਹਦੇ ਅਰਥ ਕੀ ਨੇ? ਕਹਿੰਦੇ ਸੰਸਾਰ ਜ਼ਹਿਰ ਦਾ ਸਾਗਰ ਹੈ, ਦੁੱਖਾਂ ਦਾ ਸਾਗਰ ਹੈ। ਪੈਰ ਪੈਰ ਤੇ ਦੁੱਖ ਨੇ, ਨਾਨਕ ਦੁਖੀਆ ਸਭ ਸੰਸਾਰ। ਹੁਣ ਮੁਸ਼ਕਿਲ ਇਹ ਹੈ, ਸਾਡੇ ਜੀਵਨ ਦਾ ਬੇੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਭਾਰ ਨਾਲ ਲੱਦਿਆ ਹੋਇਆ ਹੈ। ਪਾਰ ਕਿੱਦਾਂ ਲੰਘੇ? ਥੋੜਾ ਪੈਂਡਾ ਕਰਕੇ ਡੁੱਬਣ ਪੈਂਦੇ ਆ ਦੁੱਖਾਂ ਵਿੱਚ।
ਔਰ ਕਹਿੰਦੇ ਸਾਗਰ ਦੇ ਕੰਢੇ ਭਾਵੇਂ ਨਜ਼ਰੀ ਆ ਜਾਣ ਪਰ ਸੰਸਾਰ ਦੇ ਕੰਢੇ ਨਜ਼ਰੀ ਨਹੀਂ ਆਉਂਦੇ। ਕਿਤਨਾ ਪੈਂਡਾ ਹੈ, ਕਿੰਨੇ ਸਵਾਸ ਮਿਲੇ ਨੇ, ਉਰਲਾ ਕੰਢਾ ਕੀ ਹੈ, ਪਰਲਾ ਕੰਢਾ ਕੀ ਹੈ, ਕੋਈ ਨਹੀਂ ਜਾਣਦਾ। ਹੁਣ ਬੇੜਾ ਹੋਵੇ ਕੋਲ ਤੇ ਹੱਥ ਵਿੱਚ ਸਾਡੇ ਚਪੂ ਨਾ ਹੋਵੇ, ਵੰਝ ਨਾ ਹੋਵੇ, ਤੇ ਕਿਵੇਂ ਪਾਰ ਲੰਘੋਗੇ? ਇੱਕ ਨਾ ਇੱਕ ਦਿਨ ਡੁੱਬੇਗਾ। ਇੱਥੇ ਛੱਲਾਂ ਬੜੀਆਂ ਨੇ, ਸਾਗਰ ਵਿੱਚ ਦੁੱਖ ਬੜੇ ਨੇ। ਕਹਿੰਦੇ ਮੁਸ਼ਕਿਲ ਇਹ ਹੈ, ਸਾਗਰ ਭਿਅੰਕਰ ਅਜਗਰ ਵਾਂਗੂ ਮੂੰਹ ਟੱਡੀ ਖੜਾ ਹੈ, ਭਾਵ ਦੁੱਖ ਮੂੰਹ ਟੱਡੀ ਖੜੇ ਨੇ, ਛੱਲਾਂ ਬੜੀਆਂ ਉੱਚੀਆਂ ਨੇ ਦੁੱਖਾਂ ਦੀਆਂ, ਚਪੂ ਹੈ ਨਹੀਂ ਹੈ। ਬੇੜਾ ਪਾਪਾਂ ਦਾ ਭਰਿਆ ਹੈ, ਜੀਵਨ ਵਿੱਚ ਪਾਪ ਹੀ ਪਾਪ ਨੇ, ਚੰਗਾ ਕਰਮ ਹੋਇਆ ਹੀ ਕੋਈ ਨਹੀਂ ਹੈ। ਹੁਣ ਕਹਿੰਦੇ ਜੇ ਗੁਰੂ ਚਪੂ ਬਣ ਜਾਵੇ, ਗੁਰੂ ਖੇਵਟ ਬਣ ਜਾਵੇ, ਗੁਰੂ ਸ਼ਬਦ ਸਾਡੇ ਜੀਵਨ ਵਿੱਚ ਟਿਕਾ ਦਵੇ, ਤੇ ਫਿਰ ਕਿਤੇ ਸੰਸਾਰ ਸਾਗਰ ਤੋਂ ਪਾਰ ਲੰਘਿਆ ਜਾਣਾ ਹੈ, ਨਹੀਂ ਤੇ ਡੁੱਬ ਜਾਵਾਂਗੇ ਦੁੱਖਾਂ ਵਿੱਚ। ਸਤਿਗੁਰ ਹੈ ਬੋਹਿ ਥਾ ਸ਼ਬਦ ਲੰਘਾਵਣ ਹਾਰ। ਗੁਰੂ ਹੀ ਜਹਾਜ਼ ਬਣ ਕੇ ਆਵੇ ਤੇ ਪਾਰ ਲਾਵੇ ਨਾ, ਛੋਟੀ ਮੋਟੀ ਨੌਕਾ ਕਿੱਥੋਂ ਪਾਰ ਲੰਘੇਗੀ ਸਮੁੰਦਰ ਵਿੱਚੋਂ। ਸੋ ਗੁਰੂ ਤੋਂ ਬਿਨਾਂ ਨਿਜਾਤ ਨਹੀਂ ਜੇ ਮਿਲਦੀ। ਬੜੇ ਬੜੇ ਅਵਤਾਰੀ ਮਹਾਂਪੁਰਸ਼, ਸ਼੍ਰੀ ਰਾਮ ਚੰਦਰ ਜੀ ਮਹਾਰਾਜ, ਸ਼੍ਰੀ ਕ੍ਰਿਸ਼ਨ ਜੀ, ਉਹਨਾਂ ਨੂੰ ਵੀ ਗੁਰੂ ਧਾਰਨੇ ਪਏ। ਕਦੇ ਪੜ੍ਹੋ ਤੁਸੀਂ ਰਾਮਾਇਣ, ਪੜ੍ਹੋ ਤੁਸੀਂ ਮਹਾਭਾਰਤ, ਤੁਹਾਨੂੰ ਸਮਝ ਲੱਗੇਗੀ ਗੁਰੂ ਦਾ ਰੁਤਬਾ ਬੜਾ ਮਹਾਨ ਹੈ। ਹੁਣ ਗੁਰੂ ਦੀ ਸ਼ਰਨ ਆਇਆ ਕੀ ਮਿਲਦਾ ਹੈ? ਅੱਗੇ ਭੱਟ ਕਹਿੰਦੇ ਨੇ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਜਦੋਂ ਗੁਰੂ ਦੀ ਸ਼ਰਨ ਆਉਂਦੇ ਹਾਂ, ਪ੍ਰਸਾਦ ਤੋਂ ਭਾਵ ਹੈ ਉਹ ਸਾਡੇ ਤੇ ਕਿਰਪਾ ਕਰਦਾ ਹੈ। ਸਾਡੇ ਅੰਦਰ ਆਪਣੇ ਨਿਰਗੁਣ ਅਕਾਲ ਪੁਰਖ ਦਾ ਨਾਮ ਟਿਕਾਉਂਦਾ ਹੈ। ਨਾਮ ਜਪਦਿਆਂ ਜਪਦਿਆਂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਦੇਖੋ ਤੁਸੀਂ ਕਿਸੇ ਨੂੰ ਮਿਲਣ ਗਏ, ਉਹਦੇ ਘਰ ਦੇ ਬਾਹਰ ਖਲੋ ਕੇ ਆਵਾਜ਼ ਦਓਗੇ ਤੇ ਕੁੰਡਾ ਖੋਲ੍ਹੇਗਾ ਨਾ, ਉੱਦਾਂ ਤੇ ਕੁੰਡਾ ਨਹੀਂ ਖੋਲ੍ਹਣਾ ਉਹਨੇ। ਨਾਮ ਜਪਣਾ ਪਵੇਗਾ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਤੇ। ਔਰ ਨਾਮ ਉਹੀ ਜਪੋ ਜਿਹੜਾ ਗੁਰੂ ਦਾ ਬਖਸ਼ਿਆ ਹੈ। ਜਦੋਂ ਗੁਰੂ ਦੇ ਬਖਸ਼ੇ ਨਾਮ ਨੂੰ ਗਲੂਏ ਚੋਂ ਪ੍ਰਗਟ ਕੀਤਾ, ਆਵਾਜ਼ਾਂ ਮਾਰੀਆਂ, ਕਹਿੰਦੇ ਪ੍ਰਮਾਤਮਾ ਮਿਲ ਗਿਆ। ਜਦੋਂ ਪਰਮੇਸ਼ਵਰ ਮਿਲ ਗਿਆ, ਫਿਰ ਮੁਕਤੀ ਮਿਲ ਗਈ, ਫਿਰ ਨਿਜਾਤ ਮਿਲ ਗਈ। ਅੱਛਾ, ਮੁਕਤੀ ਨੂੰ ਜਦੋਂ ਬਿਆਨ ਕੀਤਾ ਜਾਂਦਾ ਹੈ ਨਾ, ਹਰ ਵਰਣ ਨੇ, ਹਰ ਧਰਮ ਨੇ ਇਹਦੇ ਵੱਖਰੇ ਹੀ ਅਰਥ ਕੀਤੇ ਨੇ। ਵੈਸੇ ਮੁਕਤੀ ਦਾ ਸਿੱਧਾ ਜਿਹਾ ਅਰਥ ਹੈ ਛੁਟਕਾਰਾ, ਬੰਦ ਖਲਾਸੀ। ਇਹ ਜਿਹੜੀ ਰੂਹ ਹੈ ਨਾ, ਜਦੋਂ ਸਰੀਰ ਤੋਂ ਛੁੱਟ ਜਾਵੇ ਉਹਨੂੰ ਵੀ ਮੁਕਤੀ ਕਿਹਾ ਜਾਂਦਾ। ਜਦੋਂ 84 ਲੱਖ ਜੂਨਾਂ ਤੋਂ ਰੂਹ ਛੁੱਟ ਕੇ ਪਰਮਾਤਮਾ ਵਿੱਚ ਮਿਲ ਜਾਵੇ ਉਹਨੂੰ ਵੀ ਮੁਕਤੀ ਕਿਹਾ ਹੈ। ਸ਼ਾਸਤਰਕਾਰਾਂ ਨੇ ਇਸ ਸਰੀਰ ਨੂੰ ਦੁੱਖ ਰੂਪ ਮੰਨਿਆ ਹੈ। ਦੁੱਖ ਹੀ ਹੈ। ਪਹਿਲਾਂ 9-10 ਮਹੀਨੇ ਮਾਂ ਦੇ ਗਰਭ 'ਚ ਪੁੱਠਾ ਲੜਕਿਆ ਰਿਹਾ, ਫਿਰ ਪੈਦਾ ਹੋਇਆ, ਬੜੀ ਮੁਸ਼ੱਕਤ ਦੇ ਨਾਲ ਰੋਂਦਾ ਰਿਹਾ। ਕਈ ਇਹਨੂੰ ਰੋਗ ਲੱਗੇ। ਇਹ ਸਰੀਰ ਦੁੱਖ ਰੂਪ ਹੈ। ਇਹ ਤੋਂ ਛੁੱਟ ਜਾਣਾ ਮੁਕਤੀ ਹੈ। ਜਦੋਂ ਤੁਸੀਂ ਹੋਰਾਂ ਧਰਮਾਂ ਨੂੰ ਪੜ੍ਹਦੇ ਹੋ, ਹੋਰਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ, ਤੇ ਤੁਹਾਨੂੰ ਸਮਝ ਲੱਗੇਗੀ। ਸਾਖ ਵਾਲੇ ਕਹਿੰਦੇ ਨੇ, ਆਪਣੇ ਆਪ ਨੂੰ ਅਸੰਗ ਜਾਣਨਾ ਸੰਸਾਰ ਨਾਲੋਂ ਉਹੀ ਮੁਕਤੀ ਹੈ। ਯੋਗ ਮਤ ਵਾਲਿਆਂ ਮੁਕਤੀ ਹੋਰ ਦੱਸੀ ਹੈ। ਇਸਲਾਮ ਮਤ ਕਹਿੰਦਾ ਹੈ ਵੀ ਜਿਹੜਾ ਕੁਰਾਨ ਸ਼ਰੀਫ ਦੇ ਬਚਨਾਂ ਤੇ ਅਮਲ ਕਰੇ, ਨਮਾਜ਼ ਪੜ੍ਹੇ, ਨਿਯਮਾਂ ਵਿੱਚ ਪੱਕਾ ਰਵੇ, ਮੁਹੰਮਦ ਜੀ ਦੇ ਉੱਤੇ ਨਿਸ਼ਚਾ ਰੱਖੇ, ਜਦੋਂ ਕਿਆਮਤ ਦਾ ਦਿਨ ਆਵੇਗਾ, ਫੈਸਲਾ ਹੋਵੇਗਾ, ਉਦੋਂ ਬਹਿਸ਼ਤ ਵੱਲ ਨੂੰ ਉਹੀ ਜਾਵੇਗਾ ਜਿਹਦੀ ਗਵਾਹੀ ਮੁਹੰਮਦ ਜੀ ਭਰਨਗੇ। ਇਹ ਮੁਕਤੀ ਇਸਲਾਮ ਅਨੁਸਾਰ ਹੈ। ਜਿਹੜਾ ਈਸਾਈ ਮਤ ਹੈ, ਜੀਸਸ ਕ੍ਰਾਈਸਟ, ਉਹਨਾਂ ਦੇ ਮਤ ਦਾ ਇਹ ਕਥਨ ਹੈ ਵੀ ਖੁਦਾ ਦਾ ਪੁੱਤਰ ਹਜ਼ਰਤ ਈਸਾ, ਜਿਹੜਾ ਉਹਦੇ ਤੇ ਭਰੋਸਾ ਰੱਖੇ, ਕਿਆਮਤ ਦੇ ਦਿਨ ਉਹਨੂੰ ਉਹ ਰੱਖ ਲਵੇਗਾ, ਪਾਪਾਂ ਤੋਂ ਉਹਦੀ ਨਿਵਰਤੀ ਕਰਵਾਵੇਗਾ, ਉਹਨੂੰ ਮੁਕਤੀ ਹਾਸਲ ਹੋਵੇਗੀ।
ਸਿੱਖ ਮੱਤ ਨੇ ਸਭ ਤੋਂ ਕਮਾਲ ਦੀ ਡੈਫੀਨੇਸ਼ਨ ਦਿੱਤੀ ਹੈ ਮੁਕਤੀ ਦੀ। ਉਹ ਪਤਾ ਕੀ ਹੈ? ਕਹਿੰਦੇ ਪਰਮਾਤਮਾ ਹੈ ਨਿਰਮਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਉਹਦੇ 'ਚ ਮੈਲ ਨਹੀਂ ਹੈ। ਆਤਮਾ ਉਹਦਾ ਅੰਸ਼ ਹੈ। ਸਾਗਰ ਨਾਲੋਂ ਛੱਲਾਂ ਵੱਖ ਹੋ ਜਾਣ, ਮੰਜ਼ਿਲ ਤੋਂ ਪਰਾਂ ਨੇ। ਜਦੋਂ ਛੱਲਾਂ ਸਾਗਰ ਵਿੱਚ ਮਿਲ ਗਈਆਂ, ਇਹੀ ਮੁਕਤੀ ਹੈ। ਤੂੰ ਵੱਖ ਹੈ, ਸਰੀਰ ਧਾਰਿਆ ਹੈ, ਪਰਮਾਤਮਾ ਤੋਂ ਦੂਰੀ ਹੈ। ਨੇਕ ਕਰਮ ਕਰ, ਚੰਗੇ ਕਰਮ ਕਰ, ਨਾਮ ਜਪ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਤੇਰੇ ਜੀਵਨ 'ਚੋਂ ਜਦੋਂ ਨਿਕਲ ਗਈ, ਤੂੰ ਫਿਰ ਅਖੀਰ ਅਕਾਲ ਪੁਰਖ ਵਰਗਾ ਨਿਰਮਲ ਹੋਇਆ, ਉਹਦੇ 'ਚ ਮਿਲ ਗਿਆ। ਸਮਝ ਲਈ, ਇਹ ਮੁਕਤੀ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਜਿਵੇਂ ਕਾਗਜ਼ ਤੇ ਅੱਖਰ ਲਿਖੀਏ, ਉਹ ਸ਼ਾਹੀ ਕਾਗਜ਼ ਨੂੰ ਨਹੀਂ ਛੱਡਦੀ। ਕਹਿੰਦੇ ਇੱਦਾਂ ਹੀ ਤੂੰ ਪਰਮਾਤਮਾ ਦੀ ਅੰਸ਼ ਹੈ, ਤੂੰ ਵੱਖ ਨਹੀਂ ਹੈ। ਹੁਣ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸਮਾਲੇ। ਗੁਰੂ ਦੇ ਸ਼ਬਦ ਦਾ ਅਭਿਆਸ ਕਰੋ, ਪਰਮਾਤਮਾ ਤੁਹਾਨੂੰ ਮਿਲੇਗਾ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਨਾਮ ਅਭਿਆਸ ਨਾਲ ਵਿਕਾਰਾਂ ਦੀ ਮੈਲ ਲੈ ਗਈ। ਜਦੋਂ ਰੱਬ ਵਰਗਾ ਹੋ ਗਿਆ ਤੇ ਰੱਬ 'ਚ ਭੇਦ ਹੋ ਗਿਆ। ਪਾਣੀ 'ਚ ਪਾਣੀ ਮਿਲੇਗਾ, ਪਾਣੀ 'ਚ ਤੇਲ ਨਹੀਂ ਮਿਲਦਾ। ਇਹਨੂੰ ਮੁਕਤੀ ਮੰਨਿਆ ਹੈ ਸਿੱਖ ਜਗਤ ਨੇ। ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਤੋਂ ਬਿਨਾਂ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ। ਗੁਰ ਪ੍ਰਸਾਦ ਮੁਕਤ ਗਤ ਪਾਏ, ਗੁਰੂ ਹੀ ਮੁਕਤੀ ਦਾ ਦਾਤਾ ਹੈ। ਉਸ ਅਕਾਲ ਪੁਰਖ ਦੀ ਅਗੰਮੀ ਜੋਤ ਕਿਵੇਂ ਗੁਰੂ ਜਾਮਿਆਂ ਵਿੱਚ, ਗੁਰੂ ਮਹੱਲਾਂ ਵਿੱਚ ਵਿਚਰਦੀ ਰਹੀ। ਕੈਸੇ ਕੈਸੇ ਰੂਪ ਬਦਲੇ ਨੇ ਗੁਰਾਂ ਨੇ। ਗੁਰੂ ਨਾਨਕ ਤੋਂ ਗੁਰੂ ਰਾਮਦਾਸ ਤਾਈਂ ਭੱਟ ਸਾਹਿਬ ਉਹਨਾਂ ਮਹੱਲਾਂ ਬਾਬਤ ਬਿਆਨਬਾਜ਼ੀ ਕਰਦੇ ਨੇ। ਇੱਥੇ ਹੁਕਮ ਕਰਦੀ ਹੈ ਬਾਣੀ, ਆਖਣ ਲੱਗੇ ਗੁਰੂ ਨਾਨਕ ਨਿਕਟ ਬਸੈ ਬਨਵਾਰੀ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ, ਬਨਵਾਰੀ ਦਾ ਸਰਗੁਣ ਝੋਲਾ ਨੇ, ਬੈਕੁੰਠ ਦੇ ਵਾਸੀ ਨੇ। ਹੁਣ ਇੱਥੇ ਕਈ ਵਾਰ ਸਵਾਲ ਸਾਡੇ ਵੀਰ ਕਰ ਦਿੰਦੇ, ਜੀ ਬਨਵਾਰੀ ਲਫ਼ਜ਼ ਵਿਸ਼ਨੂੰ ਲਈ, ਸ੍ਰੀ ਕ੍ਰਿਸ਼ਨ ਲਈ ਹਿੰਦੂ ਵੀਰ ਵਰਤਦੇ ਨੇ। ਹੁਣ ਦੇਖੋ, ਇੱਕ ਲਫ਼ਜ਼ ਹੈ ਪਿਤਾ। ਮੁਸਲਮਾਨ ਵਰਤੇ ਤੇ ਉਹ ਆਪਣੇ ਪਿਓ ਲਈ ਵਰਤ ਲਿਆ, ਹਿੰਦੂ ਵਰਤੇ ਤੇ ਆਪਣੇ ਪਿਓ ਲਈ ਵਰਤਦਾ, ਸਿੱਖ ਵਰਤੇ ਤੇ ਆਪਣੇ ਪਿਓ ਲਈ ਵਰਤਦਾ ਹੈ। ਹੁਣ ਇਹ ਨਹੀਂ ਹੈ ਵੀ ਜੇ ਹਿੰਦੂ ਵੀਰ ਵਿਸ਼ਨੂੰ ਰੱਬ ਨੂੰ ਕਹਿੰਦੇ ਨੇ ਜਾਂ ਰਾਮ ਨੂੰ ਕਹਿੰਦੇ ਨੇ, ਮੁਸਲਮਾਨ ਰੱਬ ਲਈ ਖੁਦਾ ਲਫ਼ਜ਼ ਵਰਤਦੇ ਨੇ, ਸਿੱਖ ਵਾਹਿਗੁਰੂ ਲਫ਼ਜ਼ ਵਰਤਦੇ ਨੇ। ਹੁਣ ਇਹ ਥੋੜ੍ਹਾ ਹੈ ਵੀ ਮੁਸਲਮਾਨ ਖੁਦਾ ਵਿਸ਼ਨੂੰ ਨੂੰ ਕਹਿ ਰਹੇ ਨੇ। ਇਹ ਆਪੋ ਆਪਣੀ ਭਾਵਨਾ ਹੈ। ਅਲਫਾਜ਼ ਕੋਈ ਵੀ ਕਿਸੇ ਦਾ ਉਠਾ ਕੇ ਵਰਤ ਸਕਦਾ ਹੈ। ਹਿੰਦੂ ਵੀਰਾਂ ਦਾ ਬਨਵਾਰੀ ਸ੍ਰੀ ਕ੍ਰਿਸ਼ਨ ਹੋ ਸਕਦਾ ਹੈ, ਸ੍ਰੀ ਵਿਸ਼ਨੂੰ ਜੀ ਮਹਾਰਾਜ ਹੋ ਸਕਦੇ ਨੇ। ਅਸੀਂ ਇਹ ਅਦਬ ਕਰਦੇ ਹਾਂ ਉਹਨਾਂ ਦਾ, ਉਹਨਾਂ ਦੀ ਆਪਣੀ ਭਾਵਨਾ ਹੈ। ਸਿੱਖ ਜਗਤ ਵਿੱਚ ਬਨਵਾਰੀ ਲਫ਼ਜ਼ ਆਉਂਦਾ ਹੈ ਜਿਹਦੇ ਗਲੂਏ ਵਿੱਚ ਬਨਾਂ ਦੀ ਮਾਲਾ ਹੈ, ਵਨਸਪਤੀ ਦੀ ਮਾਲਾ ਜੋ ਪਹਿਨਦਾ ਹੈ, ਭਾਵ ਜਿਹਦੇ ਹੁਕਮ ਵਿੱਚ ਕੁਦਰਤ ਹੈ, ਜਿਹੜਾ ਕੁਦਰਤ ਦੇ ਵਿੱਚ ਸਮਾਇਆ ਹੈ। ਸਿੱਖੀ ਦਾ ਸਿਧਾਂਤ ਇਹ ਕਹਿੰਦਾ ਹੈ, ਕੋਟ ਬਿਸ਼ਨ ਅਵਤਾਰ ਸੰਕਟ ਜਟਾਧਾਰ, ਚਾਹੇ ਤੁਝਹਿ ਦਇਆਰ ਮਨ ਤਨ ਰੁਚ ਅਪਾਰ। ਅੱਗੇ ਪਾਤਸ਼ਾਹ ਕਹਿੰਦੇ ਨੇ, ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ। ਹੁਣ ਹਿੰਦੂ ਵੀਰ ਕਹਿੰਦੇ ਵਿਸ਼ਨੂੰ ਪਰਮਾਤਮਾ ਹੈ, ਪਰਵਰਿਸ਼ ਕਰਦਾ ਹੈ। ਸਿੱਖ ਧਰਮ ਕਹਿੰਦਾ ਹੈ ਕਰੋੜਾਂ ਵਿਸ਼ਨੂੰ, ਕਰੋੜਾਂ ਅਵਤਾਰ, ਕਰੋੜਾਂ ਸ਼ੰਕਰ ਅਕਾਲ ਪੁਰਖ ਦੇ ਇੱਕ ਰੋਮ 'ਚ ਵੱਸਦੇ ਨੇ। ਉਹ ਬੜਾ ਵੱਡਾ ਹੈ। ਕਿਉਂਕਿ ਜੇ ਤੁਸੀਂ ਵਿਸ਼ਨੂੰ ਨੂੰ ਹੀ ਮੰਨ ਲਿਆ ਪਰਮੇਸ਼ਵਰ, ਫਿਰ ਮੁਸ਼ਕਲ ਇਹ ਖੜੀ ਹੋ ਗਈ, ਫਿਰ ਇਸਲਾਮ ਨਹੀਂ ਉਸ ਗੱਲ ਨੂੰ ਮੰਨੇਗਾ, ਈਸਾਈ ਨਹੀਂ ਮੰਨਣਗੇ। ਉਹਨਾਂ ਦਾ ਰੱਬ ਫਿਰ ਹੋਰ ਹੈ, ਇਸਲਾਮ ਦਾ ਹੋਰ ਹੈ। ਅਸਲ ਵਿੱਚ ਤੁਸੀਂ ਖੁਦਾ ਆਖੋ,
ਤੁਸੀਂ ਵਾਹਿਗੁਰੂ ਆਖੋ, ਰਾਮ ਆਖੋ, ਪਰਮੇਸ਼ਵਰ ਦਾ ਰੁਤਬਾ ਬੜਾ ਉੱਚਾ ਹੈ। ਉਹਦੇ ਹੁਕਮ ਵਿੱਚ ਕਰੋੜਾਂ ਪੈਗੰਬਰ, ਰਹਿਬਰ, ਗੁਰੂ ਪੀਰ ਦੁਨੀਆ ਤੇ ਪ੍ਰਗਟ ਹੁੰਦੇ ਨੇ। ਇਹ ਕਿਹਾ ਜਾ ਸਕਦਾ ਹੈ ਵੀ ਸਾਰੇ ਮਹਾਂਪੁਰਸ਼ ਅਵਤਾਰ, ਸਾਰਿਆਂ 'ਚ ਉਸ ਅਕਾਲ ਪੁਰਖ ਦੀ ਜੋਤ ਸਮਾਈ ਹੈ। ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਾਰੇ ਹੀ ਅਵਤਾਰ ਗੁਰੂ ਰਹਿਬਰ ਤੈਨੂੰ ਧਿਆਉਂਦੇ ਨੇ ਅਕਾਲ ਪੁਰਖ। ਅਸਲ ਤੂੰ ਸਭਨਾ ਦਾ ਮਾਲਕ, ਅਸਲ ਤੂੰ ਗੋਬਿੰਦ ਹੈ, ਧਰਤੀ ਦਾ ਪਾਲਕ ਹੈ, ਅਸਲ ਤੂੰ ਬਨਵਾਰੀ ਹੈ। ਉਸ ਬਨਵਾਰੀ, ਉਸ ਅਕਾਲ ਪੁਰਖ ਦਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਨਾਨਕ ਹਰ ਸੋਏ। That transcendent Lord, he is Guru Nanak. Guru Nanak is the Lord himself. ਖੁਦਾ ਹੀ ਗੁਰੂ ਨਾਨਕ ਬਣਿਆ, ਗੁਰੂ ਨਾਨਕ ਹੀ ਪਰਮੇਸ਼ਵਰ ਹੈ। ਸੋ ਸਾਰਿਆਂ ਵਿੱਚ ਅਕਾਲ ਪੁਰਖ ਦੀ ਜੋਤ ਹੈ। ਸਮੇਂ ਦੇ ਅਨੁਸਾਰ ਤਾਕਤਾਂ ਬਖਸ਼ ਦਿੰਦਾ ਹੈ। ਸ਼੍ਰੀ ਰਾਮ ਚੰਦਰ ਜੀ ਨੂੰ ਵੀ ਅਕਾਲ ਪੁਰਖ ਦੀ ਤਾਕਤ ਦੁਨੀਆ ਤੇ ਪ੍ਰਗਟ ਕਰਦੀ ਹੈ। ਆਦ ਸ਼ਕਤੀ ਸਾਰਿਆਂ ਵਿੱਚ ਸਮਾਈ ਹੋਈ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨਾ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਕਹਿੰਦੇ ਦੁਰਗਾ ਨੂੰ ਵੀ ਤੂੰ ਵੀ ਸਾਜਿਆ। ਕ੍ਰਿਸ਼ਨ ਜੀ ਤੇਰੇ ਸਾਜੇ ਨੇ, ਰਾਮ ਚੰਦਰ ਜੀ ਤੇਰੇ ਸਾਜੇ ਨੇ। ਤੇਰਾ ਸਰਗੁਣ ਚੋਲਾ ਗੁਰੂ ਨਾਨਕ ਨੇ। ਤੇਰੀ ਹੀ ਜੋਤ ਮੁਹੰਮਦ ਵਿੱਚ, ਜੀਸਸ ਕ੍ਰਾਈਸਟ ਵਿੱਚ ਟਿਕੀ ਹੋਈ ਹੈ। ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਦੁਨੀਆ ਤੇ। ਕਿੰਨਾ 'ਚ ਪ੍ਰਗਟ ਹੋਏ? ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਹੁਣ ਅੱਗੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤਿੰਨ ਇਹ ਕਲ ਮੋਹ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਇਹ ਧਿਆਨ ਨਾਲ ਸੁਣਿਓ। ਤੁਹਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸਿੱਖ ਵੱਖਰਾ ਧਰਮ ਨਹੀਂ ਹੈ, ਔਰ ਤੁਸੀਂ ਕਹਿ ਦਿੰਦੇ ਹੋ ਸਿੱਖ ਸੰਪਰਦਾਇ ਹੈ। ਨਹੀਂ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਗੁਰੂ ਨਾਨਕ ਨੇ ਕਲਯੁਗ ਦੇ ਵਿੱਚ ਧਰਮ ਚਲਾਇਓ, ਇੱਕ ਵੱਖਰਾ ਧਰਮ ਚਲਾਇਆ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਸਿੱਖ ਹਿੰਦੂ ਨਹੀਂ ਹੈ, ਸਿੱਖ ਮੁਸਲਮਾਨ ਨਹੀਂ ਹੈ। ਸਿੱਖ ਦੀ ਡੈਫੀਨੇਸ਼ਨ ਕੀ ਹੈ? ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖੋ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਏ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੈ। ਜਿਹੜੇ ਕਹਿ ਦਿੰਦੇ ਨਾ ਦਸਮ ਗ੍ਰੰਥ ਦੀ ਬਾਣੀ ਸਨਾਤਨ ਮੱਤ ਵੱਲ ਲਿਜਾਂਦੀ ਹੈ ਸਿੱਖਾਂ ਨੂੰ, ਉਹਨਾਂ ਕਮਲਿਆਂ ਨੂੰ ਇਹ ਸਮਝ ਹੀ ਨਹੀਂ ਹੈ ਵੀ ਦਸਮ ਗ੍ਰੰਥ ਹੀ ਇਹ ਗੱਲ ਕਹਿੰਦਾ ਹੈ ਵੀ ਸਿੱਖ ਧਰਮ ਹੈ, ਸਿੱਖ ਸੰਪਰਦਾਇ ਨਹੀਂ ਹੈ। ਹੋਰ ਕਿਧਰੇ ਵੀ ਤੁਹਾਨੂੰ ਸਿੱਖ ਜਗਤ ਦੇ ਧਾਰਮਿਕ ਗ੍ਰੰਥਾਂ 'ਚ ਸਿੱਖ ਧਰਮ ਨਹੀਂ ਮਿਲੇਗਾ। ਦਸਮ ਗ੍ਰੰਥ ਨੇ ਮੋਹਰ ਲਾਈ ਹੈ ਵੀ ਗੁਰੂ ਨਾਨਕ ਨੇ ਇੱਕ ਵੱਖਰਾ ਧਰਮ ਚਲਾਇਆ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ। ਪਰ ਨਾਲ ਇਹ ਵੀ ਗੱਲ ਤੈਅ ਹੈ, ਸਿੱਖ ਹਿੰਦੂ ਧਰਮ ਨਾਲ, ਇਸਲਾਮ ਨਾਲ, ਈਸਾਈ ਮਤ ਨਾਲ, ਦੁਨੀਆ ਦੇ ਕਿਸੇ ਵੀ ਧਰਮ ਨਾਲ ਨਫ਼ਰਤ ਨਹੀਂ ਕਰਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਰਸਈਆਂ, ਕੋਈ ਅਲਾਹੇ ਕਾਰਨ ਕਰਨ, ਕਰੀਮ ਕਿਰਪਾ ਧਾਰ ਰਹੀਮ। ਤੂੰ ਰਾਮ ਕਹਿ, ਤੂੰ ਖੁਦਾ ਕਹਿ, ਤੂੰ ਕਰੀਮ ਕਹਿ, ਰਹੀਮ ਕਹਿ, ਸਾਨੂੰ ਕੋਈ ਮੁਸ਼ਕਿਲ ਨਹੀਂ ਹੈ। ਅਸੀਂ ਹਰ ਧਰਮ ਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਅਸੀਂ ਇੱਕ ਅਕਾਲ ਪੁਰਖ ਨੂੰ ਸਜਦਾ ਕਰਦੇ ਹਾਂ। ਸਿੱਖ ਅਕਾਲ ਪੁਰਖ ਨੂੰ ਧਿਆਉਂਦਾ ਹੈ। ਸੋ ਇਹਨੂੰ ਇੰਟਰਮਿੰਗਲ ਕਰਨ ਦੀ ਕੋਸ਼ਿਸ਼ ਨਾ ਕਰੋ ਵੀ ਸਿੱਖ ਹਿੰਦੂ ਹੈ, ਨਹੀਂ। ਇੱਕ ਪੇੜ ਤੋਂ ਦੂਸਰਾ ਰੁੱਖ ਬੀਜ ਲੈ ਕੇ ਪ੍ਰਗਟ ਹੋ ਜਾਂਦਾ ਹੈ। ਇੱਦਾਂ ਧਰਮ ਗਾਂ ਦੀ ਗਾਂ ਪ੍ਰਫੁੱਲਤ ਹੁੰਦੇ ਨੇ, ਵੱਧਦੇ ਨੇ।
ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਚਲਾਇਆ। ਭੱਟ ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਬਨਵਾਰੀ ਦਾ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ, ਦੁਨੀਆ ਤੇ ਪ੍ਰਗਟ ਹੋਏ। ਫਿਰ ਅਕਾਲ ਪੁਰਖ ਦੀ ਅਗੰਮੀ ਜੋਤ ਨੇ ਜਦੋਂ ਵੇਖਿਆ ਗੁਰੂ ਨਾਨਕ ਰੂਪੀ ਮਹੱਲ ਚੋਲਾ ਸਰੀਰ ਪੁਰਾਣਾ ਹੋ ਗਿਆ ਏ, ਪੰਜਾਂ ਤੱਤਾਂ ਵਿੱਚ ਇਹਨੇ ਅਭੇਦ ਹੋਣਾ ਹੈ, ਫਿਰ ਉਹਨਾਂ ਨੇ ਨਵਾਂ ਮਹੱਲ ਚੁਣ ਲਿਆ। ਹੁਣ ਅਗਲੇ ਮਹੱਲ ਵਿੱਚ ਟਿਕਣਾ ਹੈ। ਉਸ ਮਹੱਲ ਦਾ ਨਾਮ ਕੀ ਹੈ? ਭੱਟ ਕਹਿੰਦੇ ਨੇ, ਤਿੰਨ ਲਹਿਣਾ ਥਾਪ ਜੋਤ ਜਗਧਾਰੀ। ਗੁਰੂ ਨਾਨਕ ਸਾਹਿਬ ਨੇ, ਅਕਾਲ ਪੁਰਖ ਨੇ ਆਪਣੀ ਜਗ੍ਹਾ ਲਹਿਣੇ ਬਾਬੇ ਨੂੰ ਚੁਣਿਆ। ਔਰ ਕੈਸਾ ਹਕੀਮ ਹੈ ਗੁਰੂ ਨਾਨਕ। ਬੜੇ ਦੁਨੀਆ ਤੇ ਹਕੀਮ ਨੇ ਜਿਹੜੇ ਇੱਕ ਸਰੀਰ ਚੋਂ ਅੰਗ ਲੈ ਕੇ ਦੂਜੇ ਸਰੀਰ 'ਚ ਲਾ ਦਿੰਦੇ ਨੇ। ਤੁਸੀਂ ਅੱਜ ਕੱਲ੍ਹ ਵੇਖਦੇ ਹੋ ਨਾ, ਕਿਡਨੀਆਂ ਬਦਲ ਦਿੱਤੀਆਂ ਜਾਂਦੀਆਂ, ਅੱਖਾਂ ਬਦਲ ਦਿੱਤੀਆਂ ਜਾਂਦੀਆਂ, ਪਰ ਕੋਈ ਮਾਈਕਾ ਲਾਲ ਰੂਹੇ ਜ਼ਮੀਨ ਤੇ ਪੈਦਾ ਨਹੀਂ ਹੋਇਆ ਜਿਹੜਾ ਇੱਕ ਸਰੀਰ ਚੋਂ ਕੱਢ ਕੇ ਦੂਜੇ ਸਰੀਰ 'ਚ ਜੋਤ ਟਿਕਾ ਦਵੇ। ਭੱਟ ਕਹਿੰਦੇ ਉਹ ਗੁਰੂ ਨਾਨਕ ਹੀ ਹੋਇਆ ਹੈ, ਦੂਜਾ ਕੋਈ ਨਹੀਂ ਹੋਇਆ। ਆਪਣੇ ਸਰੀਰ ਚੋਂ ਅਗੰਮੀ ਜੋਤ ਕੱਢੀ, ਬਾਬੇ ਲਹਿਣੇ ਵਿੱਚ ਟਿਕਾਈ ਤੇ ਨਾਮ ਪੈ ਗਿਆ ਬਾਬੇ ਲਹਿਣੇ ਦਾ ਗੁਰੂ ਅੰਗਦ। ਮਹਾਰਾਜ ਕਹਿੰਦੇ, ਜੋਤ ਜਗਧਾਰੀ ਅਕਾਲ ਪੁਰਖ ਦੀ ਅਗੰਮੀ ਜੋਤ ਨੇ ਸਮੁੱਚੀ ਕਲਾ ਧਾਰ ਕੇ ਗੁਰੂ ਅੰਗਦ ਵਿੱਚ ਟਿਕਣਾ ਕੀਤਾ। ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਨਾਨਕ ਅੰਗਦ ਕੋ ਬਪ ਧਰਾ ਧਰਮ ਪ੍ਰਚਰ ਇਹ ਜਗ ਮੋ ਕਰਾ। ਇਹੀ ਸਿੱਖ ਧਰਮ ਗੁਰੂ ਅੰਗਦ ਸਾਹਿਬ ਨੇ ਦੁਨੀਆ ਤੇ ਫਿਰ ਪ੍ਰਗਟ ਰੱਖਿਆ। ਭੱਟ ਕਹਿੰਦੇ ਨੇ, ਲਹਿਣਾ ਪੰਥ ਧਰਮ ਕਾ ਕੀਆ। ਬਾਬੇ ਲਹਿਣੇ ਨੇ ਧਰਮ ਦਾ ਪ੍ਰਚਾਰ ਕਰਦਿਆਂ ਕਰਦਿਆਂ, ਪੰਥ ਦਾ ਪ੍ਰਚਾਰ ਕਰਦਿਆਂ ਕਰਦਿਆਂ, ਫਿਰਦਿਆਂ ਤੁਰਦਿਆਂ, ਸਿੱਖੀ ਨੂੰ ਪ੍ਰਫੁੱਲਤ ਕਰਦਿਆਂ ਕਰਦਿਆਂ ਕੀ ਕੀਤਾ? ਆਖਣ ਲੱਗੇ, ਅਮਰਦਾਸ ਭੱਲੇ ਕੋ ਦੀਆ। ਭੱਲਿਆਂ ਦੇ ਗੁਰੂ ਅਮਰਦਾਸ ਵਿੱਚ ਆਪਣੀ ਅਗੰਮੀ ਜੋਤ ਟਿਕਾ ਦਿੱਤੀ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਗੁਰੂ ਨਾਨਕ ਸਾਹਿਬ ਤੋਂ ਬਾਅਦ ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਅਕਾਲ ਪੁਰਖ ਜਿਹੜਾ ਹੈ ਨਾ, ਜਿਹਨੇ ਅੰਗਦ ਦੀ ਮੂਰਤ ਧਾਰੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇਹ ਕਦੇ ਸ਼ੰਕਾ ਨਾ ਰੱਖਿਓ ਵੀ ਉਸ ਮੂਰਤ ਵਿੱਚ ਤੇ ਉਸ ਨੂੰ ਧਾਰਨ ਵਾਲੇ ਅਕਾਲ ਪੁਰਖ ਵਿੱਚ ਕੋਈ ਫਰਕ ਹੈ। ਕੋਈ ਫਰਕ ਨਹੀਂ ਹੈ। ਗੁਰੂ ਨਾਨਕ ਹੀ ਗੁਰੂ ਅੰਗਦ ਹੈ, ਅਕਾਲ ਪੁਰਖ ਹੀ ਗੁਰੂ ਅੰਗਦ ਦਾ ਚੋਲਾ ਧਾਰ ਕੇ ਬੈਠਾ ਹੈ। ਤਦਾਕਾਰ ਹੋਇਆ ਹੈ ਉਸ ਜਗ੍ਹਾ ਦੇ ਉੱਤੇ, ਨਵੇਂ ਮਹੱਲ ਵਿੱਚ ਬੈਠਾ ਹੈ। ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ, ਪਲਟੀਐ ਚੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਚੋਲਾ ਬਦਲਿਆ, ਜੋਤ ਨਹੀਂ ਬਦਲੀ, ਜੋਤ ਉਹੀ ਰਹੀ ਹੈ, ਜੁਗਤ ਉਹੀ ਰਹੀ, ਮਰਿਆਦਾ ਉਹੀ ਰਹੀ। ਬਾਬੇ ਲਹਿਣੇ ਤੋਂ ਗੁਰੂ ਅੰਗਦ ਤੋਂ ਬਾਅਦ ਗੁਰੂ ਅਮਰਦਾਸ ਦੁਨੀਆ ਤੇ ਪ੍ਰਗਟ ਹੋਏ। ਬਚਿੱਤਰ ਨਾਟਕ ਦੇ ਬੋਲ ਨੇ, ਅਮਰਦਾਸ ਪੁੰਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਜਿਵੇਂ ਇੱਕ ਦੀਵਾ ਦੂਜੇ ਦੀਵੇ ਜਗਾ ਦਿੰਦਾ, ਏਦਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਰੂਪੀ ਦੀਵਾ ਜਗਾ ਦਿੱਤਾ। ਭੱਲਿਆਂ ਦੇ ਗੁਰੂ ਅਮਰਦਾਸ ਨੇ ਫਿਰ ਸਿੱਖ ਧਰਮ ਨੂੰ ਪ੍ਰਫੁੱਲਤ ਕੀਤਾ। ਜਦੋਂ ਉਹ ਚੋਲਾ ਪੁਰਾਣਾ ਹੋ ਗਿਆ, ਅਕਾਲ ਪੁਰਖ ਨੇ ਨਵਾਂ ਚੋਲਾ ਪਹਿਨਣਾ ਸੀ। ਉਸ ਨਵੇਂ ਚੋਲੇ ਦਾ ਨਾਮ ਹੈ, ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ। ਸੋਢੀ ਸੁਲਤਾਨ ਬਾਬਾ ਜੇਠਾ ਜੀ ਅੰਦਰ ਗੁਰੂ ਅਮਰਦਾਸ ਨੇ ਜੋਤ ਟਿਕਾਈ ਤੇ ਨਾਂ ਪੈ ਗਿਆ ਸ੍ਰੀ ਗੁਰੂ ਰਾਮਦਾਸ ਸੱਚਾ ਪਾਤਸ਼ਾਹ। ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਗੁਰੂ ਰਾਮਦਾਸ ਦੇ ਰੂਪ ਵਿੱਚ। then he firmly established the great ਗੁਰੂ ਰਾਮਦਾਸ। ਖੁਦਾਇਆ ਨੇ ਗੁਰੂ ਰਾਮਦਾਸ ਸੋਢੀ ਡਾਇਨੈਸਟੀ ਦਾ ਆਗੂ ਸਥਾਪਿਤ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸੇ ਤਰ੍ਹਾਂ ਹੀ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਜਬ ਬਰਦਾਨ ਸਮੈ ਵਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਗੁਰੂ ਅਮਰਦਾਸ ਤੋਂ ਬਾਅਦਾਂ ਗੁਰੂ ਰਾਮਦਾਸ ਦੁਨੀਆ ਤੇ ਪ੍ਰਗਟ ਹੋਏ। ਗੁਰੂ ਰਾਮਦਾਸ ਦੀ ਫਿਰ ਵਡਿਆਈ ਬਿਆਨ ਕਰਦੇ ਭੱਟ ਕਹਿੰਦੇ ਨੇ, ਹਰ ਕਾ ਨਾਮ ਅਖੈ ਨਿਧ ਅਪਿਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਅੰਦਰ ਹਰਿਆਂ ਭਰਿਆਂ ਕਰਨ ਵਾਲੇ ਪਰਮ ਈਸ਼ਵਰ ਦਾ ਨਾਮ ਟਿਕਾਇਆ। ਉਹ ਨਾਮ ਜਿਹੜਾ ਨਿਧੀਆਂ ਬਖਸ਼ਦਾ ਹੈ, ਉਹ ਨਾਮ ਜਿਹੜਾ ਖਜ਼ਾਨੇ ਬਖਸ਼ਦਾ ਹੈ। ਜਿੱਥੇ ਉਹ ਨਾਮ ਟਿਕ ਜਾਵੇ ਉੱਥੇ ਕੋਈ ਕਮੀ ਨਹੀਂ ਰਹਿੰਦੀ। ਔਰ ਉਹ ਨਾਮ ਅਖੈ ਹੈ। ਅਖੈ ਦਾ ਮਤਲਬ ਜਿਹੜਾ ਨਾਸ਼ ਨਹੀਂ ਹੁੰਦਾ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਜੋ ਮਿਟਦਾ ਨਹੀਂ ਹੈ, ਅਗੰਮੀ ਨਾਮ, ਉਹ ਗੁਰੂ ਰਾਮਦਾਸ ਵਿੱਚ ਟਿਕਾ ਦਿੱਤਾ। ਅੱਗੇ ਭੱਟ ਕਹਿੰਦੇ ਨੇ, ਅਪਿਓ ਹਰ ਨਾਮ ਅਖੈ ਨਿਧ ਚਾਹੋ ਜੁਗ, ਗੁਰ ਸੇਵਾ ਕਰ ਫਲ ਲਹੀਅੰ। ਐ ਗੁਰੂ ਰਾਮਦਾਸ, ਤੁਸੀਂ ਗੁਰੂ ਅਮਰਦਾਸ ਦੀ ਸੇਵਾ ਕਰਕੇ ਅਖੈ ਨਾਮ ਪ੍ਰਾਪਤ ਕੀਤਾ, ਜੋ ਨਿਧੀਆਂ ਬਖਸ਼ਣ ਵਾਲਾ ਹੈ। ਔਰ ਨਾਲ ਇਹ ਕਹਿ ਦਿੱਤਾ ਗੁਰੂ ਰਾਮਦਾਸ ਦੀ ਸ਼ਾਨ ਵਿੱਚ ਭੱਟਾਂ ਨੇ, ਐ ਗੁਰੂ ਰਾਮਦਾਸ, ਚੌਹਾਂ ਯੁੱਗਾਂ ਦਾ ਇਹ ਇਤਿਹਾਸ ਹੈ। ਅਗਰ ਕਿਸੇ ਨੂੰ ਨਾਮ ਚਾਹੀਦਾ ਹੈ, ਸਮੁੱਚੇ ਫਲ ਚਾਹੀਦੇ ਨੇ, ਮਨ ਇਛਿਤ ਪ੍ਰਾਪਤੀ ਚਾਹੀਦੀ ਹੈ, ਤੇ ਗੁਰੂ ਧਾਰਨਾ ਪਵੇਗਾ। ਗੁਰੂ ਹੀ ਕਿਰਪਾ ਕਰਨ ਵਾਲਾ ਹੈ। ਤੀਸਰੇ ਪਾਤਸ਼ਾਹ ਜੋ ਹਰੀ ਸਰੂਪ ਨੇ, ਤਿੰਨਾਂ ਨੇ ਤੁਹਾਡੇ ਤੇ ਮਿਹਰ ਕੀਤੀ, ਤੁਹਾਨੂੰ ਰਿੱਧੀਆਂ ਸਿੱਧੀਆਂ ਦਾ ਨਾਮ ਬਖਸ਼ ਦਿੱਤਾ। ਐਸਾ ਧਨ ਦੀਆ ਸੁਖ ਦਾਤਾ, ਨਿਖੁੱਟ ਨਾ ਕਬਹੀ ਜਾਈ, ਜਿਨ ਹਰ ਧਿਆਇਆ ਸਭ ਕਿਛ ਤਿਸਕਾ, ਤਿਸਕੀ ਭੂਖ ਗਵਾਈ। ਨਿਧੀਆਂ ਦਾ ਖਜ਼ਾਨਾ ਨਾਮ ਐਸੀ ਤਾਕਤ ਰੱਖਦਾ ਹੈ, ਜਿਹਦੇ ਜ਼ਿਹਨ ਵਿੱਚ ਟਿਕ ਗਿਆ ਉਹ ਕਿਸੇ ਅੱਗੇ ਝੋਲੀ ਨਹੀਂ ਅੱਡਦਾ, ਉਹਦਾ ਮੰਗਣਾ ਹੀ ਮੁੱਕ ਗਿਆ, ਉਹਨੂੰ ਰੱਜ ਆ ਗਿਆ। ਅਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਉਹਦੇ ਜੀਵਨ 'ਚ ਸਦਾ ਹੀ ਆਨੰਦ ਰਵੇਗਾ। ਅੱਗੇ ਭੱਟ ਕਹਿੰਦੇ ਨੇ, ਬੰਦਹ ਜੋ ਚਰਨ ਸਰਣ ਸੁਖ ਪਾਵਹਿ, ਪਰਮਾਨੰਦ ਗੁਰਮੁਖ ਕਹੀਅੰ। ਐ ਗੁਰੂ ਰਾਮਦਾਸ, ਜੋ ਮਨੁੱਖ ਤੇਰੇ ਚਰਨਾਂ ਵਿੱਚ ਬੰਦਨਾ ਕਰੇਗਾ, ਕਦਮ ਬੋਸੀ ਕਰੇਗਾ, ਤੇਰੀ ਸ਼ਰਨ ਆਵੇਗਾ, ਉਹਨੂੰ ਕੀ ਮਿਲੇਗਾ? ਪਰਮ ਆਨੰਦ। ਉਹ ਅਵਸਥਾ ਮਿਲੇਗੀ ਜਿੱਥੇ ਦੁੱਖ ਸੁੱਖ ਸਮ ਹੋ ਜਾਂਦੇ ਨੇ, ਜਿੱਥੇ ਉਸਤਤ ਨਿੰਦਾ ਸਮ ਹੈ, ਜਿੱਥੇ ਰੋਗ ਸੋਗ ਮਿਟ ਜਾਂਦੇ ਨੇ। ਇਹ ਅਵਸਥਾ ਪਰਮ ਪੁਰਖ ਪਰਮੇਸ਼ਵਰ ਦੀ ਹੈ। ਸਾਗਰ ਵਿੱਚ ਮਿਲ ਕੇ ਸਾਗਰ ਹੋ ਜਾਓਗੇ, ਗੁਰਮੁਖ ਅਖਵਾਓਗੇ, ਤੁਹਾਡੇ ਜੀਵਨ ਵਿੱਚ ਆਨੰਦ ਹੀ ਆਨੰਦ ਰਵੇਗਾ। ਸੋ ਐ ਗੁਰੂ ਰਾਮਦਾਸ, ਤੇਰੇ ਚਰਨ ਸ਼ਰਨ ਆਇਆ, ਪਰਮ ਪਦਵੀ ਸਭ ਤੋਂ ਉੱਚਾ ਤਖਤ ਮਿਲਦਾ। ਜਿਵੇਂ ਬਾਣੀ ਚਾਹੁੰਦਾ ਨਾ, ਗੁਰ ਪ੍ਰਸਾਦੀ ਪਰਮ ਪਦ ਪਾਇਆ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਪਰਮ ਪਦਵੀ ਮਿਲ ਗਈ, ਬ੍ਰਹਮ ਗਿਆਨੀ ਬਣ ਗਏ। ਦੁਨੀਆ ਤੇ ਸਦਾ ਨਾਮ ਰਵੇਗਾ ਜਿਹੜਾ ਗੁਰੂ ਰਾਮਦਾਸ ਦੀ ਸੇਵਾ ਕਰੇਗਾ। ਹੁਣ ਗੁਰੂ ਰਾਮਦਾਸ ਦੀ ਸ਼ਾਨ ਵਿੱਚ ਅਗੰਮੀ ਬੋਲ ਪ੍ਰਗਟ ਕਰਦੇ ਹੋਏ ਸਭ ਹੱਦਾਂ ਮੁਕਾ ਦਿੰਦੇ ਨੇ ਭੱਟ। ਕਹਿੰਦੇ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ। ਗੁਰੂ ਰਾਮਦਾਸ ਰੱਬ ਵਰਗਾ ਨਹੀਂ ਹੈ। ਰੱਬ ਵਰਗੇ ਮਹਾਂਪੁਰਸ਼ ਹੁੰਦੇ ਨੇ, ਸੰਤ ਹੁੰਦੇ ਨੇ। ਤੂੰ ਸੱਚ ਬੋਲਦਾ, ਲੋਕ ਆਖਣਗੇ ਤੂੰ ਰੱਬ ਵਰਗਾ ਹੈ। ਸੰਤੋਖੀ ਹੈ, ਤੈਨੂੰ ਲੋਕ ਆਖਣਗੇ ਰੱਬ ਵਰਗਾ ਹੈ। ਰੱਬ ਵਰਗੇ ਹੋਣਾ ਹੋਰ ਵਿਸ਼ਾ ਹੈ, ਰੱਬ ਹੋਣਾ ਇਹ ਵੱਖਰੀ ਹਸਤੀ ਹੈ। ਐ ਗੁਰੂ ਰਾਮਦਾਸ, ਜੋ ਸਭਨਾ ਖਾਲੀ ਭਾਂਡਿਆਂ ਨੂੰ ਭਰਨ ਵਾਲਾ ਹੈ, ਪੋਖਣ ਤੋਂ ਭਾਵ ਜੋ ਪਰਵਰਿਸ਼ ਕਰਨ ਵਾਲਾ ਹੈ, ਜੋ ਹਿਰਦੇ ਰੂਪੀ ਹਿਰਦੇ ਨਾਮ ਨਾਲ ਭਰਦਾ ਹੈ, ਪ੍ਰਤੱਖ ਸਾਡੀ ਝੋਲੀ ਪਦਾਰਥਾਂ ਨਾਲ ਭਰਦਾ ਹੈ।
ਤੁਸੀਂ ਉਸ ਅਕਾਲ ਪੁਰਖ ਦਾ ਰੂਪ ਹੋ, ਉਹਦੇ ਵਰਗੇ ਨਹੀਂ, ਤੁਸੀਂ ਆਪ ਅਕਾਲ ਪੁਰਖ ਹੋ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੈ। ਵੱਡੇ ਭਾਗ ਉਸ ਮਹਾਤਮਾ ਦੇ ਜੋ ਗੁਰੂ ਰਾਮਦਾਸ ਦੇ ਚਰਨੀ ਚਿਤ ਲਾ ਕੇ ਗੁਰੂ ਨੂੰ ਅਕਾਲ ਪੁਰਖ ਦਾ ਸਰੂਪ ਸਮਝਦਾ ਹੈ, ਉਹ ਭਵ ਸਾਗਰ ਤੋਂ ਤਰੇਗਾ। ਗੁਰੂ ਰਾਮਦਾਸ ਖਾਲੀ ਭਾਂਡੇ ਭਰਨ ਵਾਲਾ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਸਤਿਗੁਰ ਗੁਰ ਸੇਵ ਅਲਖ ਗਤ ਜਾਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਐ ਗੁਰੂ ਰਾਮਦਾਸ, ਤੂੰ ਸੱਚਾ ਸਤਿਗੁਰੂ ਏ, ਗਿਆਨ ਬਖਸ਼ਦਾ ਏ, ਅਗਿਆਨ ਮੁਕਾਉਂਦਾ ਏ। ਤੇਰੀ ਸੇਵਾ ਕੀਤਿਆਂ ਅਲਖ ਪਰਮ ਈਸ਼ਵਰ ਜੋ ਨਾਂ ਲਖਿਆ ਜਾਣ ਵਾਲਾ, ਉਹਦੀ ਗਤ ਹਾਸਲ ਹੋ ਜਾਂਦੀ ਹੈ, ਉਹਦਾ ਗਿਆਨ ਹਾਸਲ ਹੁੰਦਾ ਹੈ। ਜਾਂ ਇਉਂ ਸਮਝ ਲਓ, ਐ ਗੁਰੂ ਰਾਮਦਾਸ ਤੇਰੀ ਗਤ ਅਲਖ ਹੈ, ਤੂੰ ਸੁਰਤੀ ਦੀ ਪਕੜ ਤੋਂ ਬਾਹਰਾਂ ਹੈ, ਤੇਰਾ ਰਸਤਾ ਅਗੰਮੀ ਸਾਨੂੰ ਸਮਝ ਨਹੀਂ ਪੈਂਦਾ। ਤੇਰੀ ਦਸ਼ਾ, ਤੇਰੀ ਹਾਲਤ, ਤੇਰੀ ਅਵਸਥਾ, ਤੇਰੀ ਉਮਰਾ, ਤੇਰਾ ਗਿਆਨ ਇਹ ਸੁਰਤੀ ਤੋਂ ਬਾਹਰਾ ਹੈ। ਤੇਰਾ ਪ੍ਰਪੰਚ ਉੱਥੇ ਕੌਣ ਪਹੁੰਚੇ? ਤੂੰ ਅਖੈ ਹੈ, ਤੂੰ ਅਮਰ ਹੈ, ਤੂੰ ਸਦੀਵੀ ਹੈ, ਦੁਨੀਆ ਤੇ ਪ੍ਰਗਟ ਹੈ। ਤੇਰੀ ਗਤ, ਤੇਰਾ ਦਾਇਰਾ, ਤੇਰੇ ਗੁਣਾਂ ਦਾ ਅੰਤ ਨਹੀਂ ਕੋਈ ਪਾ ਸਕਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਫਾਰਸੀ ਵਿੱਚ, ਜ਼ੇ ਤੌਸੀਫੇ ਓ ਸੁਲਸ ਕਾਸਿਰ ਜ਼ਬਾਂ, ਆਜ਼ੋ ਰੁਬਾਹਮ ਸੁਦਸ ਗੌਹਰ ਫਿਸਾਂ। ਐ ਗੁਰੂ ਰਾਮਦਾਸ, ਤੁਹਾਡੀ ਸਿਫਤ ਤਿੰਨ ਦੇਵਤੇ ਗਾ ਕੇ ਅੰਤ ਨਹੀਂ ਪਾ ਸਕਦੇ। ਬ੍ਰਹਮਾ ਵਿਸ਼ਨੂੰ ਮਹੇਸ਼ ਤੇਰਾ ਅੰਤ ਨਹੀਂ ਪਾ ਸਕਦੇ। ਤਿੰਨ ਤਰ੍ਹਾਂ ਦੀ ਪੈਦਾਇਸ਼ ਤੇਰਾ ਅੰਤ ਨਹੀਂ ਪਾ ਸਕਦੀ। ਉਹ ਕਿਹੜੀ ਪੈਦਾਇਸ਼ ਹੈ? ਜਮਾਤਾਤ, ਪੱਥਰਾਂ ਨੂੰ ਕਹਿੰਦੇ ਨੇ। ਪੱਥਰ ਤੇਰਾ ਅੰਤ ਨਹੀਂ ਪਾ ਸਕਦੇ। ਨਬਾਤਾਤ, ਉੱਗਣ ਵਾਲੀ ਵਨਸਪਤੀ ਤੇਰਾ ਅੰਤ ਨਹੀਂ ਪਾ ਸਕਦੀ। ਤੀਸਰੀ ਕਿਸਮ ਹੈ ਹੈਵਾਨਤ, ਜੇਰ ਚੋਂ ਪੈਦਾ ਹੋਣ ਵਾਲੇ ਪਸ਼ੂ ਬੰਦੇ ਤੇਰਾ ਅੰਤ ਨਹੀਂ ਪਾ ਸਕਦੇ। ਏ ਗੁਰੂ ਰਾਮਦਾਸ, ਤੇਰੀਆਂ ਅਜ਼ਮਤਾਂ ਗਾ ਕੇ ਤੇਰਾ ਅੰਤ ਪਾ ਲੈਣਾ ਇਹ ਬੰਦੇ ਦੇ ਹੱਥ ਵਿੱਚ ਨਹੀਂ ਹੈ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਗੁਰੂ ਦੇ ਗੁਣਾਂ ਦਾ ਅੰਤ ਨਹੀਂ। ਜੇ ਚਾਹੁਣਾ ਹੈ ਸਦੀਵੀ ਸੁਖ, ਆ ਗੁਰੂ ਰਾਮਦਾਸ ਦੇ ਦਰ ਤੇ ਉਹਦੀ ਸੇਵਾ ਕਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ, ਵੇਦ ਬਿਆਸੈ ਕੋਏ। ਸਤਿਗੁਰ ਸੱਚਾ ਹੈ ਬੋਹੇ ਥਾ, ਸਬਦੇ ਭਵਜਲ ਤਰਣਾ। ਆ ਗੁਰੂ ਰਾਮਦਾਸ ਦੀ ਸ਼ਰਨ, ਖਾਲੀ ਭਾਂਡੇ ਭਰ ਦਵੇਗਾ, ਰੋਗ ਸੋਗ ਮਿਟਾ ਦਵੇਗਾ, ਮੁਕਤੀ ਬਖਸ਼ ਦਵੇਗਾ। ਐਸੀ ਮਹਾਨ ਵਿਚਾਰ ਸਵਾਈਆਂ ਵਿੱਚ ਭੱਟ ਸਾਹਿਬਾਨਾਂ ਨੇ ਕੀਤੀ ਹੈ। ਗੁਰੂ ਰਾਮਦਾਸ ਖੁਦ ਖੁਦਾ ਦੀ ਸ਼ਰਨ ਆਓ, ਖੰਡੇ ਦੀ ਪੌਲ ਛਕੋ, ਮੁਕਤੀ ਹਾਸਲ ਕਰੋ, ਰੋਗ ਸੋਗ ਮਿਟਣਗੇ। ਦਾਸ ਇੱਥੇ ਹੀ ਵਿਸ਼ਰਾਮ ਦਿੰਦਾ ਹੈ ਆਪਣੇ ਅਲਫਾਜ਼ਾਂ ਨੂੰ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਜਿਤਨੇ ਵੀ ਇੱਥੇ ਗੁਰੂ ਕੇ ਵਜ਼ੀਰ ਸੇਵਾਦਾਰ ਨੇ, ਸਭਨਾਂ ਦਾ ਧੰਨਵਾਦ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।